ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤ ਸੰਗਤ ਜੀਓ, ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਟੋਡੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਣੀ 22 ਸ਼ਬਦ ਤੱਕ ਆਪਾਂ ਟੋਡੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੇ ਵਿਚਾਰ ਕੀਤੀ ਸੀ। ਆਓ ਉਸ ਤੋਂ ਅੱਗੇ ਆਪਾਂ ਵਿਚਾਰ ਸ਼ੁਰੂ ਕਰਦੇ ਹਾਂ। ਟੋਡੀ ਮਹੱਲਾ ਪੰਜਵਾਂ, ਠੋਡੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ, ਪ੍ਰਭ ਤੇਰੇ ਪੱਗ ਕੀ ਧੂਰ, ਦੀਨ ਦਿਆਲ ਪ੍ਰੀਤਮ ਮਨ ਮੋਹਨ, ਕਰ ਕਿਰਪਾ ਮੇਰੀ ਲੋਚਾ ਪੂਰ। ਹੇ ਪ੍ਰਭੂ, ਮੈਂ ਤੇਰੇ ਚਰਨਾਂ ਦੀ ਧੂੜੀ ਨੂੰ ਲੋਚਦਾ ਹਾਂ। ਹੇ ਦੀਨ ਦਿਆਲ ਪ੍ਰੀਤਮ ਮਨ ਨੂੰ ਮੋਹਣ ਵਾਲੇ ਮਨਮੋਹਨ, ਹੇ ਮੇਰੇ ਪ੍ਰੀਤਮ ਪਿਆਰੇ ਮਨ ਨੂੰ ਮੋਹਣ ਵਾਲੇ ਦਿਆਲੂ, ਕਰ ਕਿਰਪਾ ਮੇਰੀ ਲੋਚਾ ਪੂਰ, ਕਿਰਪਾ ਕਰਕੇ ਮੇਰੀ ਲੋਚਾ ਪੂਰੀ ਕਰੋ। ਮੈਂ ਤੇਰੇ ਚਰਨਾਂ ਦੀ ਧੂੜੀ ਨੂੰ ਲੋਚਦਾ ਹਾਂ। ਇਹ ਰਹੋ ਪੰਕਤੀਆਂ। ਦਹਿ ਦਿਸ ਰੱਬ ਰਹਿਆ ਜਸ ਤੁਮਰਾ, ਦਸਾਂ ਦਿਸ਼ਾਵਾਂ ਦੇ ਵਿੱਚ ਤੇਰਾ ਜਸ ਰੱਬ ਰਿਹਾ ਹੈ। ਅੰਤਰਜਾਮੀ ਸਦਾ ਹਜੂਰ, ਤੂੰ ਸਦਾ ਆਪਣੇ ਚਰਨਾਂ ਦੇ ਹਜੂਰ ਰਹਿੰਦਾ ਹੈ। ਜੋ ਤੁਮਰਾ ਜਸ ਗਾਵੇ ਕਰਤੇ, ਸੇ ਜਨ ਕਬਹੂ ਨਾ ਮਰਤੇ ਚੂਰ। ਤੂੰ ਆਪਣੇ ਜਨਾਂ ਦੇ ਸਦਾ ਹਜੂਰ ਰਹਿੰਦਾ ਹੈ। 10 ਦਿਸ਼ਾਵਾਂ ਦੇ ਵਿੱਚ ਹੀ ਤੇਰਾ ਜਸ ਰਵਿਆ ਹੈ। ਹੇ ਪ੍ਰਭੂ, ਜੋ ਤੇਰਾ ਜਸ ਗਾਉਂਦੇ ਨੇ, ਜਿਨ੍ਹਾਂ ਦੇ ਤੂੰ ਸਦਾ ਹਜੂਰ ਰਹਿੰਦਾ, ਅੰਤਰਜਾਮੀ ਸਦਾ ਹਜੂਰ, ਜੋ ਤੁਮਰਾ ਜਸ ਗਾਵੇ ਕਰਤੇ। ਹੇ ਪ੍ਰਭੂ, ਫਿਰ ਜਿਹੜਾ ਤੇਰਾ ਜਸ ਗਾਉਂਦੇ ਹਨ, ਤੇ ਸੇ ਜਨ ਕਬੂ ਨਾ ਮਰਤੇ ਚੂਰ, ਵੀ ਉਹ ਜਨ ਕਦੇ ਵੀ ਚੂਰਦੇ ਨਹੀਂ ਹਨ। ਕਿਉਂਕਿ ਇੱਕ ਜੀਵ ਚੂਰਦਾ ਹੈ ਤੇ ਇੱਕ ਜੀਵ ਨਿਸ਼ਚਿੰਤ ਹੋ ਜਾਂਦਾ ਹੈ। ਕਿਉਂ ਨਿਸ਼ਚਿਤ ਹੋ ਜਾਂਦਾ ਹੈ? ਕਿਉਂਕਿ ਉਸ ਦਾ ਜਨਮ ਮਰਨ ਦਾ ਗੇੜ ਕੱਟਿਆ ਜਾਂਦਾ ਹੈ। ਜਿਨ੍ਹਾਂ ਦੇ ਪਰਮੇਸ਼ਰ ਸਾਹਮਣੇ ਪ੍ਰਗਟ ਹੋ ਜਾਂਦਾ ਹੈ, ਉਹਨਾਂ ਦਾ ਜਨਮ ਮਰਨ ਕੱਟਿਆ ਜਾਂਦਾ ਹੈ। ਉਹਨਾਂ ਨੂੰ ਚੂਰਨਾ ਨਹੀਂ ਪੈਂਦਾ। ਇਸ ਕਰਕੇ ਉਹ ਫਿਰ ਪ੍ਰਭੂ ਦਾ ਜਸ ਕਰਦੇ ਨੇ। ਤੰਦ ਬੰਦ ਬਿਨ ਸੇ ਮਾਇਆ ਕੇ, ਸਾਧੂ ਸੰਗਤ ਮਿਟੈ ਬੇਸੂਰ। ਜਿਹੜਾ ਤੇਰਾ ਜਸ ਕਰਦੇ, ਜਿਹੜੇ ਸਾਧਜਨ ਸੰਗਤ ਸਾਧੂ ਜਨ ਨੇ, ਉਹਨਾਂ ਦੀ ਸੰਗਤ ਵਿੱਚ ਜਾ ਕੇ ਜਿਹੜਾ ਇਹ ਮਾਇਆ ਦਾ ਤੰਦ ਹੈ, ਮਾਇਆ ਦੇ ਬੰਧਨ ਮਨ ਨੂੰ ਪਏ ਨੇ। ਦੇਖੋ, ਦੋ ਤਰ੍ਹਾਂ ਦਾ ਇੱਕ ਧੰਦਾ ਹੈ, ਤਨ ਨੇ ਕਰਨਾ ਹੁੰਦਾ ਹੈ। ਕਿਉਂਕਿ ਤਨ ਦਾ ਜੋ ਕੁਛ ਵੀ ਸੰਸਾਰ ਚੋਂ ਮਿਲਣਾ ਹੈ, ਸਰੀਰ ਦੀਆਂ ਜੋ ਵੀ ਲੋੜਾਂ ਨੇ ਤਨ ਵਾਸਤੇ, ਉਹ ਸੰਸਾਰ ਚੋਂ ਹੀ ਪ੍ਰਾਪਤ ਹੁੰਦੀਆਂ ਨੇ, ਇੱਥੋਂ ਹੀ ਪੂਰੀਆਂ ਹੋਣੀਆਂ ਨੇ। ਇੱਥੇ ਕੁਛ ਵੀ ਸਾਨੂੰ ਫਰੀ ਨਹੀਂ ਮਿਲਦਾ। ਇੱਥੇ ਹਰ ਇੱਕ ਚੀਜ਼ ਦੀ ਕੀਮਤ ਹੈ। ਇਸ ਕਰਕੇ ਉਸ ਚੀਜ਼ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਕਰਮ ਕਰਨਾ ਪੈਂਦਾ ਹੈ। ਕੋਈ ਦਿਹਾੜੀ ਕਰਦਾ ਹੈ, ਕੋਈ ਖੇਤੀ ਕਰਦਾ ਹੈ, ਕੋਈ ਵਪਾਰ ਕਰਦਾ ਹੈ, ਕੋਈ ਨੌਕਰੀ ਕਰਦਾ ਹੈ। ਵੱਖਰੇ ਵੱਖਰੇ ਕਰਮ ਕਰਦੇ ਨੇ ਤਾਂ ਕਿ ਸਾਡੇ ਸਰੀਰ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਇੱਥੋਂ ਪੂਰੀਆਂ ਹੋਣੀਆਂ ਨੇ। ਉਹਨਾਂ ਦੇ ਵਾਸਤੇ ਸਾਨੂੰ ਮਾਇਆ ਚਾਹੀਦੀ ਹੈ। ਲੇਕਿਨ ਮਨ ਦਾ ਕੁਛ ਵੀ ਸੰਸਾਰ ਦੇ ਵਿੱਚ ਨਹੀਂ ਹੈ। ਮਨ ਵਾਸਤੇ ਸਾਰਾ ਨਿਰੰਕਾਰ ਦੇ ਦੇਸ਼ ਦੇ ਵਿੱਚ ਹੈ। ਇਸ ਕਰਕੇ ਮਨ ਜਦ ਤੱਕ ਇੱਥੇ ਮਾਇਆ ਦੇ ਧੰਦਿਆਂ 'ਚ ਫਸਿਆ ਰਹਿੰਦਾ, ਪਰਮੇਸ਼ਰ ਨੂੰ ਭੁੱਲ ਜਾਂਦਾ ਹੈ। ਫਿਰ ਤਨ ਤਾਂ ਧੰਦਾ ਕਰਦਾ ਹੈ, ਮਨ ਧੰਦੇ 'ਚੋਂ ਨਿਕਲ ਜਾਂਦਾ, ਮਾਇਆ ਦੇ ਧੰਦੇ 'ਚੋਂ।
ਕਿਉਂਕਿ ਮਾਲਕ ਨੂੰ ਪ੍ਰਗਟ ਹੋ ਜਾਂਦਾ ਹੈ। ਮਨ ਪਰਮੇਸ਼ਰ ਨਾਲ ਜੁੜ ਜਾਂਦਾ, ਤਨ ਆਪਣੇ ਕਰਮ ਦੇ ਵਿੱਚ ਲੱਗਿਆ ਰਹਿੰਦਾ, ਹੱਥ ਪੈਰ ਕਰਮ ਕਰਦੇ ਹਨ, ਚਿੱਤ ਨਿਰੰਜਨ ਦੇ ਨਾਲ ਜੁੜ ਜਾਂਦਾ ਹੈ। ਫਿਰ ਉੱਥੇ ਮਾਇਆ ਦਾ ਜਿਹੜਾ ਤੰਦ-ਬੰਦ ਮਨ ਪਿਆ ਸੀ ਮਾਇਆ ਦੇ ਬੰਧਨਾਂ 'ਚ, ਉਹ ਬਿਨਸ ਜਾਂਦੇ ਨੇ। ਤੰਦ-ਬੰਦ ਬਿਨਸੇ ਮਾਇਆ ਕੇ ਸਾਧੂ ਸੰਗਤ ਮਿਟੇ ਬਿਸੁਰ। ਸਾਧੂ ਜਨਾਂ ਦੀ ਸੰਗਤ ਜਾ ਕੇ ਇਹ ਜਿੱਥੇ ਮਨ ਫਸਿਆ ਸੀ, ਮਨ ਦੁਖੀ ਸੀ, ਇਹ ਸਾਰਾ ਕੁਛ ਮਨ ਇਹਦੇ 'ਚੋਂ ਛੁੱਟ ਜਾਂਦਾ, ਮੁਕਤ ਹੋ ਜਾਂਦਾ ਹੈ। ਸੁਖ ਸੰਪਤ ਭੋਗ ਇਸ ਜੀ ਕੇ ਬਿਨ ਹਰ ਨਾਨਕ ਜਾਣੈ ਕੂਰ। ਕਹਿੰਦੇ ਜਿਹੜੇ ਇਹ ਸੁਖ ਸੰਪਤ ਨੇ, ਸੰਸਾਰ ਦੇ ਭੋਗ ਰਸ ਨੇ, ਜਦੋਂ ਫਿਰ ਸਾਨੂੰ ਗਿਆਨ ਹੋ ਜਾਂਦਾ, ਫਿਰ ਹਰੀ ਦੇ ਨਾਮ ਤੋਂ ਬਿਨਾਂ ਸਾਨੂੰ ਸਾਰਾ ਕੁਛ ਹੀ ਫਿਰ ਝੂਠ ਨਜ਼ਰ ਆਉਂਦਾ ਹੈ, ਕਿਉਂਕਿ ਸਭ ਕੁਛ ਵਿਨਸਨਹਾਰ ਹੈ। ਇਹ ਜਿੰਨਾ ਸੁਖ ਸੰਪਤ ਸਭ ਕੁਛ ਇਹ ਤਨ ਦੇ ਵਾਸਤੇ ਹੈ, ਮਨ ਵਾਸਤੇ ਨਾਮ ਹੈ। ਇਸ ਕਰਕੇ ਫਿਰ ਸਭ ਕੁਛ ਸਾਨੂੰ ਝੂਠ ਨਜ਼ਰ ਆਉਂਦਾ ਹੈ। ਫਿਰ ਸੱਚ ਪਰਮੇਸ਼ਰ ਹੀ, ਉਸ ਦੀ ਭਗਤੀ ਹੀ ਮਨ ਨੂੰ ਪਾਉਂਦੀ ਹੈ। ਫਿਰ ਉਹ ਪਰਮੇਸ਼ਰ ਦੇ ਚਰਨਾਂ ਦੀ ਧੂੜੀ ਨੂੰ ਲੋਚਦਾ ਹੈ ਤੇ ਪਰਮੇਸ਼ਰ ਵੀ ਫਿਰ ਕਿਰਪਾ ਕਰਦਾ ਹੈ, ਸਦਾ ਸਾਹਮਣੇ ਪ੍ਰਗਟ ਰਹਿੰਦਾ ਹੈ। ਕਿਉਂਕਿ ਜਦ ਤੱਕ ਉਹ ਮਾਇਆ 'ਚ ਫਸਿਆ ਹੈ, ਅਸੀਂ ਦੂਰ ਹਾਂ ਪਰਮੇਸ਼ਰ ਤੋਂ। ਜਦੋਂ ਸਾਨੂੰ ਇਹ ਗਿਆਨ ਹੋ ਜਾਂਦਾ ਕਿ ਪਰਮੇਸ਼ਰ ਤੋਂ ਬਿਨਾਂ, ਨਾਮ ਤੋਂ ਬਿਨਾਂ ਅਸੀਂ ਕੁਛ ਮੰਗਣਾ ਨਹੀਂ ਹੈ, ਫਿਰ ਪਰਮੇਸ਼ਰ ਸਾਨੂੰ ਨਾਮ ਦੀ ਬਖਸ਼ਿਸ਼ ਕਰਦਾ ਹੈ। ਨਾਮ ਦੁਆਰਾ ਮਨ ਨਿਰਮਲ ਹੁੰਦਾ ਹੈ, ਫਿਰ ਸਾਨੂੰ ਪ੍ਰਗਟ ਹੋ ਜਾਂਦਾ ਹੈ। ਸਾਡਾ ਜਿਹੜਾ ਚੂਰਨਾ ਸੀ, ਸਾਡੇ ਜਿਹੜੇ ਭੈ ਡਰ ਸੀ, ਉਹ ਖਤਮ ਹੋ ਜਾਂਦੇ ਹਨ। ਅਗਲਾ ਸ਼ਬਦ ਜਿਹੜਾ ਹੈ ਫਿਰ ਟੋਡੀ, ਮਹੱਲਾ ਪੰਜਵਾਂ, ਟੋਡੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ। ਮਾਈ ਮੇਰੇ ਮਨ ਕੀ ਪਿਆਸ। हे माई, माई क्या है? माया। मेरे मन की प्यास। हुण मेरे मन की प्यास क्या है? कहते एक खिन रह ना सकूं बिन प्रीतम दर्शन। मन की प्यास क्या है कि परमेश्वर के दर्शना की प्यास। प्यास भी है नहीं कि खिन भी उसके दर्शना तो बिना रह ना सका। देखण को तारी मन आस। एक खिन रह ना सकूं बिन प्रीतम, कि एक खिन भी उस प्रीतम तो बिना नहीं रह सकता। दर्शन देखण को धारी मन आस। प्रभु दे दर्शन देखण दी मन दे विच आस धार लई है। हुण मेरे मन नूं इह प्यास लगी है दर्शनां दी। एक खिन पल भी उस दे दर्शनां तो बिना रहना मैनूं औखा है। इह नहीं प्यास लग जांदी जदों सिमरो नाम निरंजन करते मन तन ते सब किल विख नास। फिर ऐसे प्रभु दे सिमरन दे नाल दर्शन करके कहते मन तन ते सब किल विख नास। सिमरन दे नाल की हुंदा है, जिहड़ा मन नूं तन नूं मैल लगी पापां दी वो नाश हो जाती है। पूर्ण पार ब्रह्म सुख दाते अविनाशी बिमल जा को जास। वो परमेश्वर जो पूर्ण है, पार ब्रह्म है, सुखां दा दाता है, अविनाशी है। ते उस दा जिहड़ा जस भी है वो भी माया तो रहित है, वो भी पवित्र है। वो भी क्योंकि ध्यान मार्ग ही है। जिथे ध्यान है, दर्शन ही ने, नेत्रां दा ही कर्म है। उत्थे भी सिर्फ ज्ञान दा सुरमा नेत्रां च पा के देखण दा ही सारा ज्ञान होता है, क्योंकि देख देख के ही प्रभु दी शोभा है। देख देख पेख पेख स्वामी की शोभा। कहते पेख पेख के ही शोभा है उसकी। संत प्रसाद मेरे पूर मनोरथ कर कृपा भेटे गुणदास। ते मनोरथ पूरा किवें होया? संतां दे कृपा सदका। क्यों संतां दी कृपा सदका? क्योंकि संतां ने ही ज्ञान दा सुरमा नेत्रां च पाउणा है, जिहदे नाल दर्शन होने ने। एक दृष्ट होके दर्शन होंदे ने। वो संत जन फिर जदों प्रभु कृपा करदा है, संतां दा मिलाप हुंदा है, ते फिर संत गुर दा ज्ञान देंदे ने, नेत्रां दे विच ज्ञान दा सुरमा पाउंदे ने, जिहदे नाल फिर
ਮਨ ਪ੍ਰਕਾਸ਼ ਹੁੰਦਾ ਪ੍ਰਭੂ ਦਾ, ਪਹਿਚਾਨ ਹੋ ਜਾਂਦੀ ਹੈ, ਸੱਚ ਦੀ ਪਹਿਚਾਨ ਹੋ ਜਾਂਦੀ ਹੈ। ਸ਼ਾਂਤ ਸਹਿਜ ਸੁਖ ਮਨ ਸੂਖ ਮਨ ਉਪਜਿਓ, ਕੋਟ ਸੂਰ ਨਾਨਕ ਪ੍ਰਕਾਸ਼। ਕਹਿੰਦੇ ਹੁਣ ਸਾਨੂੰ ਪ੍ਰਕਾਸ਼ ਹੋ ਗਿਆ ਤੇ ਸਾਡੇ ਅੰਦਰ ਸੁਖ ਪੈਦਾ ਪ੍ਰਗਟ ਹੋ ਗਿਆ, ਮਨ ਸ਼ਾਂਤ ਹੋ ਗਿਆ, ਕਿਉਂਕਿ ਸਹਿਜ ਚੌਥਾ ਪਦ ਪ੍ਰਗਟ ਹੋ ਗਿਆ। ਤੇ ਹੁਣ ਸਾਡੇ ਇੰਨਾ ਮਹਿਸੂਸ ਹੋ ਗਿਆ ਜਿਵੇਂ ਕਰੋੜਾਂ ਸੂਰਜਾਂ ਦਾ ਪ੍ਰਕਾਸ਼, ਕਿਉਂਕਿ ਭਰਮ ਹੀ ਖਤਮ ਹੋ ਗਿਆ। ਜਦੋਂ ਮਨ ਦੇ ਵਿੱਚੋਂ ਭਰਮ ਖਤਮ ਹੋ ਗਿਆ, ਸੰਤਾਂ ਦੀ ਕਿਰਪਾ ਸਦਕਾ ਗਿਆਨ ਦਾ ਸੁਰਮਾ ਪਾ ਕੇ ਸਹਿਜ ਪ੍ਰਗਟ ਹੋ ਗਿਆ। ਜਿੱਥੇ ਮਨ ਨੂੰ ਸ਼ਾਂਤੀ ਹੈ, ਸੁਖ ਹੈ, ਫਿਰ ਕਹਿੰਦੇ ਸਾਡੇ ਵਾਸਤੇ ਹੁਣ ਇੰਨਾ ਸਮਝੋ ਕਿ ਕਰੋੜਾਂ ਸੂਰਜਾਂ ਦਾ ਪ੍ਰਕਾਸ਼। ਕਹਿਣ ਤੋਂ ਭਾਵ ਵੀ ਇੱਕ ਕਿਣਕਾ ਮਾਤਰ ਵੀ ਸਾਡੇ ਅੰਦਰ ਭਰਮ ਨਹੀਂ ਰਿਹਾ, ਭਰਮ ਖਤਮ ਹੋ ਗਿਆ, ਕਿਉਂਕਿ ਭਰਮ ਦੇ ਵਿੱਚ ਸੁੱਤਾ ਹੈ ਜੀ। ਜਦ ਤੱਕ ਗੁਰ ਦੇ ਗਿਆਨ ਦੁਆਰਾ ਪ੍ਰਕਾਸ਼ ਨਹੀਂ ਦੇਖਦਾ, ਭਰਮ ਹੈ। ਜਦੋਂ ਪ੍ਰਕਾਸ਼ ਨੂੰ ਦੇਖ ਲੈਂਦਾ, ਭਰਮ ਖਤਮ ਹੋ ਜਾਂਦੇ ਹਨ। ਅਗਲਾ ਫਿਰ ਸ਼ਬਦ ਹੈ ਟੋਡੀ ਮਹੱਲਾ ਪੰਜਵਾਂ। ਟੋਡੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ। ਹਰ ਹਰ ਪਤਿਤ ਪਾਵਨ। ਹਰੀ ਪਰਮੇਸ਼ਰ ਹੈ, ਪਤਿਤਾਂ ਨੂੰ ਪਵਿੱਤਰ ਕਰਨ ਵਾਲਾ ਹੈ, ਪਤਿਤਾਂ ਨੂੰ ਪਾਵਨ ਕਰਨ ਵਾਲਾ ਹੈ। ਜੀ ਪ੍ਰਾਨ ਮਾਨ ਸੁਖ ਦਾਤਾ, ਅੰਤਰਜਾਮੀ ਮਨ ਕੋ ਪਾਵਨ। ਕਹਿੰਦੇ ਉਹ ਮਨ ਨੂੰ ਵੀ ਤਨ ਨੂੰ ਵੀ ਇੰਨਾ ਪਿਆਰਾ ਲੱਗਦਾ ਹੈ, ਜੋ ਪ੍ਰਾਣ ਦੇ ਕੇ ਜਿੰਦਾ ਰੱਖਦਾ, ਸੁੱਖਾਂ ਦਾ ਦਾਤਾ ਹੈ। ਉਹ ਅੰਤਰਜਾਮੀ ਪਰਮੇਸ਼ਰ ਮਨ ਨੂੰ ਪਾਉਂਦਾ ਹੈ। ਉਹੀ ਸਾਨੂੰ ਪਤਿਤਾਂ ਤੋਂ ਪਵਿੱਤਰ ਕਰਨ ਵਾਲਾ ਹੈ। ਕਿਹਨਾਂ ਨੂੰ ਕਰਦਾ? ਜਿਨ੍ਹਾਂ ਦੇ ਮਨ ਨੂੰ ਪਾ ਜਾਂਦਾ ਹੈ। ਜਾ ਕੇ ਮਨ ਲਾਗਾ ਪ੍ਰਭ ਮਿੱਠਾ, ਸਰਵ ਸੁਖ ਤਾਹੂ ਮਨ ਬੂਠਾ। ਜਿਹਨੂੰ ਉਹ ਮਿੱਠਾ ਲੱਗ ਜਾਂਦਾ ਹੈ, ਪਾ ਜਾਂਦਾ ਹੈ ਮਨ ਨੂੰ, ਉਹ ਫਿਰ ਸਾਨੂੰ ਪਵਿੱਤਰ ਕਰ ਦਿੰਦਾ ਹੈ। ਉਹ ਅੰਤਰਜਾਮੀ ਹੈ। ਜੇ ਸਾਨੂੰ ਪਾਇਆ ਹੀ ਨਹੀਂ, ਜੇ ਸਾਡੇ ਅੰਦਰ ਵਿਸ਼ਵਾਸ ਹੀ ਨਹੀਂ ਬਣਿਆ, ਤੇ ਸਾਨੂੰ ਪਵਿੱਤਰ ਨਹੀਂ ਕਰੇਗਾ, ਕਿਉਂਕਿ ਅੰਤਰਜਾਮੀ ਹੈ। ਕਟ ਕਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਉੱਥੇ ਸੱਚ ਦਾ ਹੀ ਨਿਬੇੜਾ ਹੈ, ਝੂਠ ਨਹੀਂ ਚੱਲਣਾ। ਇਸ ਕਰਕੇ ਜਿਨ੍ਹਾਂ ਦੇ ਮਨ ਨੂੰ ਉਹ ਪਾ ਜਾਂਦਾ ਹੈ, ਜਿਨ੍ਹਾਂ ਦੇ ਮਨ ਨੂੰ ਗੁਰ ਦਾ ਗਿਆਨ ਪਾ ਜਾਂਦਾ ਹੈ, ਉਹਨਾਂ ਨੂੰ ਫਿਰ ਪ੍ਰਗਟ ਹੋ ਜਾਂਦਾ ਹੈ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਇਹੋ ਪੰਕਤੀਆਂ ਸੀ। ਸੁੰਦਰ ਸੁਗੜ ਚਤੁਰ ਸਭ ਵੇਤਾ, ਰਿਦ ਦਾਸ ਨਿਵਾਸ ਭਗਤ ਗੁਣ ਗਾਵਨ। ਕਹਿੰਦੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਵਾਸਾ ਹੋ ਜਾਂਦਾ ਹੈ, ਜਿਨ੍ਹਾਂ ਨੂੰ ਪ੍ਰਭੂ ਆਪਣੇ ਦਾਸ ਬਣਾਉਂਦਾ, ਉਹਨਾਂ ਦੇ ਹਿਰਦੇ 'ਚ ਆ ਵਸ ਜਾਂਦਾ ਹੈ। ਨਿਵਾਸ ਭਗਤ ਗੁਣ ਗਾਵਨ। ਆਪਣੇ ਦਾਸਾਂ ਦੇ ਹਿਰਦੇ 'ਚ ਨਿਵਾਸ ਕਰਦਾ, ਫਿਰ ਭਗਤ ਪ੍ਰਭੂ ਦੇ ਗੁਣ ਗਾਉਂਦੇ ਨੇ। ਕਿਉਂ? ਕਿਉਂਕਿ ਪ੍ਰਭੂ ਉਹਨਾਂ ਤੋਂ ਆਪਣੇ ਗੁਣ ਗਵਾਉਂਦਾ ਹੈ। ਫਿਰ ਉਹੀ ਮਹਾਰਾਜ ਕਹਿੰਦੇ ਸੁੰਦਰ ਹੈ, ਉਹੀ ਸੁਗੜ ਸਿਆਣਾ ਹੈ, ਉਹੀ ਚਤੁਰ ਬੇਤਾ ਹੈ। ਉਹਨੂੰ ਸਾਰਾ ਗਿਆਨ ਹੁੰਦਾ ਹੈ, ਜਿਹਦੇ ਹਿਰਦੇ 'ਚ ਆਪ ਵਸ ਜਾਂਦਾ ਹੈ। ਉਹ ਫਿਰ ਉਸ ਪ੍ਰਭੂ ਦੇ ਗੁਣ ਗਾਉਂਦਾ ਹੈ। ਨਿਰਮਲ ਰੂਪ ਅਨੂਪ ਸੁਆਮੀ, ਕਰਮ ਭੂਮ ਬੀਜਨ ਸੋ ਖਾਵਨ। ਹੁਣ ਪਰਮੇਸ਼ਰ ਜੋ ਹੈ ਨਿਰਮਲ ਰੂਪ ਹੈ, ਅਨੂਪ ਹੈ, ਬਹੁਤ ਹੀ ਨਿਰਮਲ ਰੂਪ ਹੈ ਉਸਦਾ, ਬਹੁਤ ਸੁੰਦਰ ਰੂਪ ਹੈ। ਰੂਪ ਕਹਿਣ ਦੇ ਵਿੱਚ ਕੁਝ ਜੀਵ ਐਸੇ ਸਮਝ ਲੈਂਦੇ ਜਿਵੇਂ ਸੰਸਾਰੀ ਰੂਪ ਹੈ। ਐਸਾ ਨਹੀਂ ਹੈ, ਉਹ ਪ੍ਰਕਾਸ਼ ਹੈ। ਜਿਵੇਂ ਆਪਾਂ ਕਹਿ ਸਕਦੇ ਹਾਂ, ਜਿਵੇਂ ਇਹ ਚਾਨਣ ਹੈ। ਚਾਨਣ ਦਾ ਕੋਈ ਰੂਪ ਤਾਂ ਹੈ ਨਹੀਂ, ਲੇਕਿਨ ਚਾਨਣ ਹੈ, ਪ੍ਰਕਾਸ਼ ਹੈ। ਏਦਾਂ ਹੀ ਪਰਮੇਸ਼ਰ ਪ੍ਰਕਾਸ਼ ਰੂਪ ਹੈ ਤੇ ਬਹੁਤ ਹੀ ਨਿਰਮਲ ਰੂਪ ਹੈ। ਹੁਣ ਜਿਹਾ ਜਿਹਾ ਕੋਈ ਬੀਜੇਗਾ ਇਸ ਤਨ ਦੇ ਵਿੱਚ, ਹਿਰਦੇ ਦੇ ਵਿੱਚ, ਉਹ ਜਿਹਾ ਹੀ ਉਸ ਨੂੰ ਪ੍ਰਾਪਤ ਹੁੰਦਾ ਹੈ। ਕਰਮ ਭੂਮ ਬੀਜਨ ਸੋ ਖਾਵਨ। ਜਿਹੜੇ ਨਾਮ ਰੂਪੀ ਬੀਜ ਬੀਜ ਲੈਂਦੇ ਨੇ, ਉਹ ਅੰਮ੍ਰਿਤ ਰੂਪੀ ਫਲ ਲੱਗਦਾ ਹੈ। ਜਿਹੜੇ ਮਾਇਆ ਰੂਪੀ ਬੀਜ ਲੈਂਦੇ ਨੇ, ਉਹਨਾਂ ਨੂੰ ਵਿਖ ਰੂਪੀ ਫਲ ਲੱਗਦਾ ਹੈ। ਹੁਣ ਆਪਣੇ ਤੇ ਇਹ ਨਿਰਭਰ ਕਰਦਾ ਹੈ। ਜਿਹੜੇ ਪ੍ਰਭੂ ਨੂੰ ਪਾ ਜਾਂਦੇ ਨੇ, ਜਿਨ੍ਹਾਂ ਨੂੰ ਉਸ ਪ੍ਰਭੂ ਦੇ ਗਿਆਨ ਨੂੰ ਜਿਨ੍ਹਾਂ ਨੂੰ ਪਾ ਜਾਂਦਾ ਹੈ, ਉਹਨਾਂ ਨੂੰ ਫਿਰ ਪਵਿੱਤਰ ਕਰ ਦਿੰਦਾ ਹੈ।
ਜਿਹੜੇ ਇਹ ਗਿਆਨ ਨਾ ਲੈ ਕੇ ਮਾਇਆ ਦਾ ਬੀਜ ਹੀ ਹਿਰਦੇ 'ਚ ਬੀਜ ਲੈਂਦੇ ਨੇ, ਉਹਨਾਂ ਨੂੰ ਫਿਰ ਬਿਖ ਰੂਪੀ ਫਲ ਲੱਗਦਾ ਹੈ। ਫਿਰ 84 ਲੱਖ ਜੂਨਾਂ ਦੇ ਵਿੱਚ ਚੱਕਰ ਲਾਉਣਾ ਪੈਂਦਾ ਹੈ। ਸਜ਼ਾ ਕੀ ਹੈ? ਫਿਰ ਜੰਮਣ ਮਰਨ ਵਿੱਚ ਜਾਣਾ ਪੈਂਦਾ ਹੈ। ਬਿਸਮਨ ਬਿਸਮ ਭਏ ਬਿਸਮਾਦਾ, ਆਣ ਨਾ ਬੀਓ ਦੂਸਰ ਲਾਵਣ। ਜਿਨ੍ਹਾਂ ਨੂੰ ਪ੍ਰਭੂ ਹਿਰਦੇ 'ਚ ਵਸ ਜਾਂਦਾ ਹੈ, ਜਿਹੜਾ ਪਾ ਜਾਂਦੇ ਹੈ, ਜਿਨ੍ਹਾਂ ਨੂੰ ਗੁਰ ਦਾ ਗਿਆਨ ਉਹਨਾਂ ਦੇ ਹਿਰਦੇ 'ਚ ਵਾਸਾ ਕਰ ਲੈਂਦਾ, ਉਹ ਬਿਸਮਾਦ ਹੋ ਜਾਂਦੇ ਨੇ। ਬਿਸਮਨ ਬਿਸਮ ਭਏ ਬਿਸਮਾਦਾ, ਉਸ ਦੇ ਦਰਸ਼ਨ ਕਰ ਕਰਕੇ ਮਨ ਵੀ ਸਾਡਾ ਬਿਸਮਾਦ ਹੋ ਜਾਂਦਾ ਹੈ। ਆਨ ਨਾ ਬੀਓ ਦੂਸਰ ਲਾਵਣ, ਉਹ ਫਿਰ ਕਿਸੇ ਦੂਜੇ ਨੂੰ ਨੇੜੇ ਨਹੀਂ ਲਾਉਂਦੇ, ਦੂਜੇ ਨੂੰ ਨਹੀਂ ਮੰਨਦੇ, ਦੂਜੇ ਨੂੰ ਪੂਜਦੇ ਨਹੀਂ, ਦੂਜੇ ਦੀ ਸਿਫਤ ਸਲਾਹ ਨਹੀਂ ਕਰਦੇ, ਸਿਰਫ ਪਰਮੇਸ਼ਰ ਦੇ ਨਾਲ ਹੀ ਜੁੜ ਜਾਂਦੇ ਨੇ, ਕਿਉਂਕਿ ਉਹੀ ਪਾਉਂਦਾ ਹੈ ਮਨ ਨੂੰ। ਉਸ ਦੇ ਵਰਗਾ ਦੂਜਾ ਕੋਈ ਹੈ ਹੀ ਨਹੀਂ। ਰਸਨਾ ਸਿਮਰ ਸਿਮਰ ਜਸ ਜੀਵਾ, ਨਾਨਕ ਦਾਸ ਸਦਾ ਬਲ ਜਾਵਾ। ਤੇ ਦਾਸ ਸਮਝਾਉਂਦੇ ਨੇ ਸਤਿਗੁਰੂ ਜੀ ਕਿ ਪ੍ਰਭੂ ਦੇ ਜਿਹੜੇ ਦਾਸ ਨੇ ਸਦਾ ਉਸ ਪ੍ਰਭੂ ਤੋਂ ਬਲਿਹਾਰੇ ਜਾਂਦੇ ਨੇ, ਤੇ ਉਸ ਨੂੰ ਸਿਮਰ ਸਿਮਰ ਕੇ ਹੀ ਜੀਵਨ ਬਣ ਜਾਂਦਾ ਹੈ। ਜਿਨ੍ਹਾਂ ਤੇ ਖੁਸ਼ ਹੁੰਦਾ ਹੈ, ਜਿਨ੍ਹਾਂ ਨੂੰ ਪਵਿੱਤਰ ਕਰ ਲੈਂਦਾ ਹੈ, ਪ੍ਰਗਟ ਹੋ ਜਾਂਦਾ ਹੈ, ਉਹਨਾਂ ਦਾ ਫਿਰ ਜੀਵਨ ਹੀ ਸਿਮਰ ਸਿਮਰ ਕੇ ਬਿਤਾਉਂਦੇ ਹਨ ਤੇ ਉਸ ਤੋਂ ਬਲਿਹਾਰੇ ਜਾਂਦੇ ਹਨ। ਆਓ ਅਗਲਾ ਫਿਰ ਸ਼ਬਦ ਢੋਡੀ, ਮਹੱਲਾ ਪੰਜਵਾਂ। ਢੋਡੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ ਮਾਈ ਮਾਇਆ ਛਲ। ਇਹ ਜਿਹੜਾ ਮਾਇਆ ਹੈ, ਮਾਇਆ ਕਿੱਥੋਂ ਹੈ? ਸਾਡੇ ਸਰੀਰ ਤੋਂ। ਇਹ ਸਰੀਰ ਆਪਾਂ ਨੂੰ ਮਿਲਿਆ ਹੈ। ਇਹ ਸਰੀਰ ਕਿਹੋ ਜਿਹਾ ਹੈ? ਇੱਕ ਛਲ ਹੈ ਮਨ ਦੇ ਨਾਲ। ਤ੍ਰਿਣ ਕੀ ਅਗਨ ਮੇਘ ਕੀ ਛਾਇਆ। ਤ੍ਰਿਣ ਦੀ ਅਗਨ ਹੁੰਦੀ, ਘਾਹ ਫੂਸ ਦੀ ਅਗਨ। ਇੱਕ ਵਾਰੀ ਬੰਬੂਲਾ ਜਿਹਾ ਆਉਂਦਾ, ਸੜ ਕੇ ਸੁਆਹ ਹੋ ਜਾਂਦੀ ਹੈ। ਜਿਵੇਂ ਚੰਗੇ ਮੋਟੇ ਲੱਕੜ ਦੀ ਅੱਗ ਕਿੰਨਾ ਸਮਾਂ ਜਲਦੀ ਰਹਿੰਦੀ ਹੈ। ਜਾਂ ਆਪਾਂ ਦੇਖਦੇ ਹਾਂ ਕਿ ਇੱਕ ਥੋੜ੍ਹਾ ਜਿਹਾ ਆਪਾਂ ਰੂਹ ਲੈਂਦੇ ਹਾਂ, ਰੂਹ ਨੂੰ ਵੱਟ ਲੈਂਦੇ, ਤੇਲ 'ਚ ਪਿਓ ਲੈਂਦੇ ਹਾਂ, ਕਿੰਨਾ ਸਮਾਂ ਜਲਦੇ ਹੀ ਨਹੀਂ, ਚਾਨਣ ਵੀ ਕਰਦੀ ਰਹਿੰਦੀ ਹੈ। ਜੇ ਤੇਲ ਤੋਂ ਬਿਨਾਂ ਸੁੱਕੀ ਰੂਹ ਨੂੰ ਅੱਗ ਲਗਾ ਦੇਈਏ, ਇੱਕ ਛਿਣ 'ਚ ਜਲ ਜਾਂਦੀ ਹੈ। ਏਦਾਂ ਘਾਹ ਫੂਸ ਹੈ, ਘਾਹ ਫੂਸ ਇੱਕ ਛਿਣ 'ਚ ਹੀ ਜਲ ਕੇ ਸੁਆਹ ਹੋ ਜਾਂਦਾ ਹੈ। ਏਦਾਂ ਹੀ ਇਹ ਸਾਡਾ ਸਰੀਰ ਜਿਹੜਾ ਹੈ, ਇਹਦੀ ਇਹੀ ਹਾਲਤ ਹੈ। ਜਾਂ ਫਿਰ ਉਦਾਹਰਨ ਦਿੱਤੀ ਹੈ, ਹੜ੍ਹ ਦਾ ਜਲ ਆਉਂਦਾ, ਹੜ੍ਹ ਦਾ ਪਾਣੀ ਆਉਂਦਾ ਹੈ। ਹੜ੍ਹ ਦਾ ਪਾਣੀ ਖੜਦਾ ਨਹੀਂ, ਆਇਆ ਤੇ ਲੰਘ ਜਾਂਦਾ ਹੈ। ਏਦਾਂ ਹੀ ਸਰੀਰ ਹੈ ਸਾਡਾ, ਇਹਨੇ ਰਹਿਣਾ ਨਹੀਂ, ਪ੍ਰਾਪਤ ਹੋਇਆ ਤੇ ਨਾਸ ਹੋ ਜਾਣਾ ਹੈ। ਇਸ ਕਰਕੇ ਇਹ ਕਦੋਂ ਤੱਕ ਛਲ ਹੈ ਸਾਡੇ ਨਾਲ? ਕਦੋਂ ਤੱਕ ਇਹ ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਬੱਦਲ ਦੀ ਛਾਇਆ ਹੈ। ਬੱਦਲ ਦੀ ਛਾਇਆ ਕਿੰਨਾ ਕੁ ਚਿਰ ਰਹਿੰਦੀ ਹੈ? ਬਹੁਤ ਥੋੜਾ ਸਮਾਂ ਰਹਿੰਦੀ ਹੈ। ਗੋਬਿੰਦ ਭਜਨ ਬਿਨਾਂ ਹੜਕਾ ਜਲ। ਕਹਿੰਦੇ ਗੋਬਿੰਦ ਦੇ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਇਹ ਇੱਕ ਛਲ ਹੀ ਹੈ ਮਨ ਦੇ ਨਾਲ। ਜੇ ਅਸੀਂ ਭਜਨ ਕਰ ਲਈਏ, ਫਿਰ ਇਹੀ ਦੇਹੀ ਸਾਡੀ ਪ੍ਰਵਾਨ ਹੋ ਜਾਂਦੀ ਹੈ। ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਜੇ ਸਤਿਗੁਰ ਦੇ ਨਾਲ ਚਿੱਤ ਜੁੜ ਜਾਂਦਾ, ਫਿਰ ਇਹ ਸਰੀਰ ਪ੍ਰਵਾਨ ਹੋ ਜਾਂਦਾ ਹੈ। ਇਸ ਕਰਕੇ ਗੋਬਿੰਦ ਦੇ ਭਜਨ ਕਰਨਾ ਬਹੁਤ ਜ਼ਰੂਰੀ ਹੈ। ਗੋਬਿੰਦ ਨੂੰ ਭਜਣਾ ਬਹੁਤ ਜ਼ਰੂਰੀ ਹੈ ਮਨੁੱਖਾ ਦੇ ਹੀ ਪਾ ਕੇ, ਨਹੀਂ ਤਾਂ ਇੱਕ ਕਪਟ ਹੈ, ਇੱਕ ਛਲ ਹੈ। ਇਹ ਰਹੋ ਪੰਕਤੀਆਂ ਸੀ। ਛੋੜ ਸਿਆਣਪ ਬਹੁਤ ਚਤੁਰਾਈ, ਦੁਏ ਘਰ ਜੋੜ ਸਾਧ ਮਗ ਚੱਲ। ਤੇ ਕਹਿੰਦੇ ਕੀ ਕਰ ਫਿਰ? ਜਿਸ ਮਾਇਆ ਰੂਪੀ ਜਿਹੜਾ ਛਲ ਹੈ, ਇਸ ਤੋਂ ਬਚਣਾ ਹੈ। ਫਿਰ ਕੀ ਕਰ? ਕਹਿੰਦੇ ਆਪਣੀ ਸਿਆਣਪ ਛੱਡ ਦੇ, ਆਪਣੀ ਚਤੁਰਾਈ ਛੱਡ ਦੇ। ਛਾੜ ਸਿਆਣਪ ਬਹੁਤ ਚਤੁਰਾਈ, ਜਿਹੜੇ ਤੇਰੇ ਅੰਦਰ ਬੜੀਆਂ ਸਿਆਣਪਾਂ ਨੇ, ਉਹਨਾਂ ਨੂੰ ਛੱਡ ਦੇ। ਦੁਏ ਘਰ ਜੋੜ ਸਾਧ ਮਗ ਚੱਲ, ਦੋਏ ਹੱਥ ਜੋੜ ਕੇ ਸਾਧੂ ਜਨਾਂ ਦੇ ਰਸਤੇ ਤੇ ਚੱਲ ਪੈ। ਇੱਥੇ ਕਿਹੜੇ ਘਰ ਜੋੜਨੇ ਨੇ? ਕੋਈ ਸਰੀਰਕ ਹੱਥ ਨਹੀਂ, ਇੱਥੇ ਸਾਧੂ ਜਨਾਂ ਦੇ ਪਿੱਛੇ। ਕਿਉਂਕਿ ਸਾਧੂ ਜਨਾਂ ਦਾ ਮਾਰਗ ਕਿਹੜਾ ਹੈ? ਧਿਆਨ ਦਾ ਮਾਰਗ ਹੈ। ਆਪਣੀ ਦ੍ਰਿਸ਼ਟੀ ਨੂੰ ਇੱਕ ਕਰਕੇ ਉਸ ਰਸਤੇ ਤੇ ਚੱਲਣਾ ਹੈ।
ਸਿਮਰ ਸੁਆਮੀ ਅੰਤਰਜਾਮੀ ਮਾਨੁਖ ਦੇਖਾ ਇਹ ਉੱਤਮ ਫਲ। ਜਦੋਂ ਸਾਧੂ ਜਨ ਫਿਰ ਸਾਨੂੰ ਪ੍ਰਭੂ ਦਾ ਸਿਮਰਨ ਵਿੱਚ ਜੋੜਦੇ ਨੇ, ਕਿਵੇਂ ਆਪਾਂ ਇੱਕ ਦ੍ਰਿਸ਼ਟ ਹੋ ਕੇ ਉਸ ਪ੍ਰਭੂ ਦੇ ਸਿਮਰਨ ਵਿੱਚ ਜੁੜਨਾ ਹੈ। ਕਹਿੰਦੇ ਤੂੰ ਉਸ ਅੰਤਰਜਾਮੀ ਪਰਮੇਸ਼ਰ ਨੂੰ ਸਿਮਰ, ਇਹੀ ਮਨੁੱਖਾ ਦੇਈ ਦਾ ਸਭ ਤੋਂ ਉੱਤਮ ਫਲ ਹੈ। ਜੇ ਸਿਮਰਿਆ ਨਹੀਂ ਪਰਮੇਸ਼ਰ ਨੂੰ, ਫਿਰ ਇੱਕ ਛਲ ਦੀ ਤਰ੍ਹਾਂ ਜਿਵੇਂ ਹੜ੍ਹ ਦਾ ਜਲ ਆਇਆ ਲੰਘ ਗਿਆ, ਜਾਂ ਤੇਰੇ ਕਾਫੂਸ ਨੂੰ ਅੱਗ ਲੱਗੀ ਤੇ ਮਿੰਟਾਂ 'ਚ ਸੜ ਕੇ ਸੁਆਹ ਹੋ ਗਈ, ਜਾਂ ਬੱਦਲ ਦੀ ਛਾਇਆ ਹੈ ਇੱਕ ਛਿਨ 'ਚ ਨਾਸ ਹੋ ਜਾਂਦੀ, ਇੱਦਾਂ ਹੀ ਸਾਡੇ ਸਰੀਰ ਦੀ ਹਾਲਤ ਹੈ। ਇੱਕ ਛਿਨ ਦੇ ਵਿੱਚ ਹੀ ਇਹ ਮ੍ਰਿਤਕ ਹੋ ਜਾਂਦਾ ਹੈ। ਵੇਦ ਬਖਿਆਨ ਕਰਤ ਸਾਧੂ ਜਨ ਭਾਗਹੀਨ ਸਮਝਤ ਨਹੀਂ ਖਲ। ਕਹਿੰਦੇ ਵੇਦਾਂ ਦਾ ਬਖਿਆਨ ਕਰਦੇ ਨੇ ਸਾਧੂ ਜਨ, ਕਿਉਂਕਿ ਵੇਦਾਂ ਦੇ ਵਿੱਚ ਮੁਕਤੀ ਦਾ ਸਾਨੂੰ ਉਪਦੇਸ਼ ਹੈ। ਜਿੰਨੇ ਵੀ ਧਾਰਮਿਕ ਗ੍ਰੰਥ ਆਪਾਂ ਪੜ੍ਹ ਲਵਾਂਗੇ, ਜੋ ਵੀ ਧਾਰਮਿਕ ਗ੍ਰੰਥ ਪੜ੍ਹਾਂਗੇ, ਉਹ ਸਾਨੂੰ ਕਹਿ ਰਹੇ ਨੇ ਕਿ ਭਾਈ ਮੁਕਤ ਹੋ ਜਾਓ, ਜਨਮ ਮਰਨ ਦੇ ਵਿੱਚੋਂ ਨਿਕਲ ਜਾਓ। ਉਸ ਨੂੰ ਕਈ ਕਿਸੇ ਨੇ ਵੱਖਰੇ ਵੱਖਰੇ ਨਾਮ ਦਿੱਤੇ ਨੇ। ਕਿਸੇ ਨੇ ਉਸ ਨੂੰ ਜੰਨਤ ਕਿਹਾ ਹੈ, ਕਿਸੇ ਨੇ ਮੋਕਸ਼ ਕਿਹਾ ਹੈ, ਮੁਕਤੀ ਕਿਹਾ ਹੈ, ਵੱਖਰੇ ਵੱਖਰੇ ਨੇ। ਆਵਣ ਜਾਵਣ ਦੇ ਗੇਟ ਚੋਂ ਨਿਕਲਣਾ ਹੈ। ਤੇ ਇਹ ਜਿੰਨੇ ਵੀ ਵੇਦ ਸ਼ਸਤਰ ਨੇ ਸਾਰੇ ਹੀ ਸਾਧੂ ਜਨ, ਕਿਉਂਕਿ ਭਗਤੀ ਦੇ ਵਿੱਚੋਂ ਗਿਆਨ ਦੇ ਵਿੱਚੋਂ ਹੀ ਇਹ ਲਿਖੇ ਹੋਏ ਨੇ। ਜਿੰਨੇ ਵੀ ਵੇਦ ਸ਼ਸਤਰ ਨੇ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲੱਗ ਵੇਦ ਉਹ ਪਾਏ। ਇਸ ਕਰਕੇ ਇਹਨਾਂ ਦੇ ਵਿੱਚ ਫਿਰ ਦੱਸਿਆ ਹੋਇਆ ਹੈ। ਸਾਧੂ ਜਨ ਫਿਰ ਇਹ ਦੱਸਦੇ ਵੀ ਨੇ ਵੀ ਭਾਈ ਕਿਵੇਂ ਆਪਾਂ ਮੁਕਤ ਹੋਣਾ ਹੈ। ਲੇਕਿਨ ਜਿਹੜੇ ਭਾਗਾਂ ਤੋਂ ਹੀਣੇ ਜੀਵ ਨੇ, ਉਹ ਇਹਨੂੰ ਸਮਝਦੇ ਨਹੀਂ। ਕਹਿੰਦੇ ਉਹ ਮੂਰਖ ਨੇ, ਖਲ ਨੇ। ਖਲ ਵੀ ਮੂਰਖ ਨੂੰ ਕਹਿ ਦਿੰਦੇ ਨੇ। ਇਹ ਮੂਰਖ ਲੋਕ ਨੇ ਜਿਹੜੇ ਭਾਗਾਂ ਤੋਂ ਹੀਣੇ, ਉਹਨੂੰ ਸਮਝ ਨਹੀਂ ਸਕਦੇ। ਪ੍ਰੇਮ ਭਗਤ ਰਾਚੇ ਜਨ ਨਾਨਕ ਹਰ ਸਿਮਰਨ ਬਹਿਨ ਪੈ ਮਲ। ਤੇ ਸਮਝਾਉਂਦੇ ਨੇ ਸਤਿਗੁਰੂ, ਜੇ ਆਪਾਂ ਪ੍ਰੇਮ ਭਗਤੀ ਦੇ ਵਿੱਚ ਰਚ ਜਾਈਏ, ਪ੍ਰਭੂ ਦੇ ਨਾਲ ਪ੍ਰੇਮ ਪਾ ਲਈਏ ਤੇ ਹਰੀ ਦੇ ਸਿਮਰਨ ਦੇ ਵਿੱਚ ਜੁੜ ਜਾਈਏ, ਕਿਉਂਕਿ ਪ੍ਰੇਮ ਭਗਤੀ ਹੀ ਪ੍ਰਭੂ ਦਾ ਸਿਮਰਨ ਹੈ, ਪ੍ਰੇਮ ਹੀ ਹੈ। ਦਹਨ ਪਏ ਮਲ, ਜਿਹੜੇ ਇਹ ਪੰਜ ਸੀ ਸਾਡੇ ਅੰਦਰ, ਇਹ ਫਿਰ ਪੈ ਦੇ ਵਿੱਚ ਆ ਜਾਂਦੇ ਨੇ। ਇਹ ਫਿਰ ਸਾਡੇ ਹੁਕਮ ਦੇ ਵਿੱਚ ਚੱਲਦੇ ਨੇ ਤੇ ਨਹੀਂ ਸਾਨੂੰ ਆਪ ਚਲਾਉਂਦੇ ਹਨ। ਫਿਰ ਸਾਡਾ ਜੀਵਨ ਸਫਲ ਹੋ ਜਾਂਦਾ ਹੈ। ਨਹੀਂ ਤਾਂ ਫਿਰ ਇਹ ਪੰਜ ਨੇ ਜਿਹੜੇ ਸਾਡੇ ਮਨ ਨੂੰ ਹਰਾ ਕੇ ਸਾਡਾ ਜੀਵਨ ਅਜਾਈ ਗਵਾ ਦਿੰਦੇ ਹਨ। ਆਓ ਅਗਲਾ ਫਿਰ ਸ਼ਬਦ ਟੋਡੀ, ਮਹੱਲਾ ਪੰਜਵਾਂ। ਟੋਡੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਮਾਈ ਚਰਨ ਗੁਰ ਮੀਠੇ, ਵੱਡੇ ਭਾਗ ਦੇਵੈ ਪਰਮੇਸ਼ਰ, ਕੋਟ ਫਲਾ ਦਰਸ਼ਨ ਗੁਰ ਡੀਠੇ। ਕਿ ਹੇ ਮਾਈ, ਹੇ ਮਾਈ। ਮਾਈ ਕਿਆ ਹੈ? ਮਨ ਕਿਸ ਨੂੰ ਸਮਝਾਉਂਦਾ ਹੈ? ਇਸ ਮਾਇਆ ਨੂੰ। ਕਿ ਗੁਰ ਦੇ ਚਰਨ ਮਿੱਠੇ ਨੇ। ਚਰਨ ਗੁਰ ਮਿੱਠੇ। ਮੇਰੇ ਮਨ ਨੂੰ ਗੁਰ ਦੇ ਚਰਨ ਬੜੇ ਮਿੱਠੇ ਲੱਗੇ। ਗੁਰ ਦੇ ਚਰਨ ਕੀ ਹੈ? ਗੁਰ ਦਾ ਉਪਦੇਸ਼, ਗੁਰ ਦਾ ਗਿਆਨ। ਗੁਰ ਦੇਖਣ ਦੇ ਵਿੱਚ ਹੈ, ਜੁਗਤ ਹੈ, ਜੋ ਨੇਤਰਾਂ 'ਚ ਪਾਉਣੀ ਹੁੰਦੀ ਹੈ। ਵੱਡਾ ਭਾਗ ਦੇਵੈ ਪਰਮੇਸ਼ਰ। ਪਰ ਕਹਿੰਦੇ ਗੁਰ ਦਾ ਗਿਆਨ ਕੌਣ ਦਿੰਦਾ ਹੈ? ਪਰਮੇਸ਼ਰ ਦਿੰਦਾ ਹੈ। ਪਰ ਕਿਹਨਾਂ ਨੂੰ ਦਿੰਦਾ? ਵੱਡੇ ਭਾਗਾਂ ਨੂੰ। ਵੱਡੇ ਭਾਗ ਦੇਵੈ ਪਰਮੇਸ਼ਰ, ਕੋਟ ਫਲਾ ਦਰਸ਼ਨ ਗੁਰ ਡੀਠੇ। ਗੁਰ ਦੇ ਦਰਸ਼ਨ ਡਿਠਿਆ, ਗੁਰ ਦਾ ਗਿਆਨ ਦੇਖਿਆ, ਕਿਉਂਕਿ ਨੇਤਰਾਂ 'ਚ ਪਾਉਣਾ ਹੈ। ਕਰੋੜਾਂ ਫਲ ਪ੍ਰਾਪਤ ਹੋ ਜਾਂਦੇ ਨੇ, ਕਰੋੜਾਂ ਚੀਜ਼ਾਂ ਮਿਲ ਜਾਣ। ਬਹੁਤ ਵੱਡਾ ਫਲ ਹੈ ਗੁਰ ਦੇ ਦਰਸ਼ਨ ਕਰ ਲੈਣਾ, ਗੁਰ ਨੂੰ ਮਨ ਦੇ ਵਿੱਚ ਵਸਾ ਲੈਣਾ, ਗੁਰ ਮਿੱਠਾ ਲੱਗਣਾ। ਸਾਨੂੰ ਇੱਕ ਫਲ ਨਹੀਂ, ਕਰੋੜਾਂ ਫਲ ਪ੍ਰਾਪਤ ਹੁੰਦੇ ਨੇ। ਇਹ ਰਹੋ ਪੰਕਤੀਆਂ ਸੀ। ਗੁਣ ਗਾਵਤ ਅਚੁਤ ਅਬਿਨਾਸੀ, ਕਾਮ ਕ੍ਰੋਧ ਬਿਨ ਸੇ ਮਦ ਟੀਠੇ। ਕਹਿੰਦੇ ਉਸ ਪਰਮੇਸ਼ਰ ਜਦੋਂ ਆਪ ਆਪਣਾ ਗਿਆਨ ਕਰਵਾਉਂਦਾ ਹੈ, ਆਪ ਆਪਣੇ ਜਨਾਂ ਦੀ ਰਸਨਾ ਤੋਂ ਗੁਣ ਗਵਾਉਂਦਾ ਹੈ, ਜਾਂ ਆਪ ਉਹਨਾਂ ਦੀ ਰਸਨਾ ਤੇ ਬੈਠ ਕੇ ਬੋਲਦਾ ਹੈ, ਅਬਿਨਾਸੀ ਪੁਰਖ, ਉਹਦੇ ਨਾਲ ਕੀ ਹੁੰਦਾ? ਕਾਮ ਕ੍ਰੋਧ ਬਿਨ ਸੇ ਮਦ ਟੀਠੇ।
ਇਹ ਜਿਹੜੇ ਨਸ਼ਾ ਸੀ ਕਾਮ ਦਾ, ਕ੍ਰੋਧ ਦਾ, ਜਿੱਥੇ ਮਨ ਇਹਨਾਂ ਦੇ ਨਾਲ ਸੰਗੀ ਹੋ ਕੇ ਢੀਠ ਬਣਿਆ ਸੀ, ਇਹ ਸਭ ਕੁਛ ਵਿਸਰ ਜਾਂਦਾ ਹੈ। ਇਹ ਨਸ਼ੇ ਛੁੱਟ ਜਾਂਦੇ ਨੇ, ਮਨ ਇਹਨਾਂ ਤੋਂ ਮੁਕਤ ਹੋ ਜਾਂਦਾ ਹੈ। ਅਸਥਿਰ ਭਏ ਸਾਚ ਰੰਗ ਰਾਤੇ, ਫਿਰ ਮਨ ਸੱਚ ਦੇ ਰੰਗ ਚ ਰਤਿਆ ਜਾਂਦਾ, ਸਥਿਰ ਹੋ ਜਾਂਦਾ ਹੈ। ਜਨਮ ਮਨ ਬਹੁਰ ਨਹੀਂ ਪੀਠੇ, ਫਿਰ ਇਸ ਨੂੰ ਦੁਬਾਰਾ ਜਨਮ ਮਰਨ ਦੇ ਵਿੱਚ ਨਹੀਂ ਜਾਣਾ ਪੈਂਦਾ। 84 ਲੱਖ ਜੂਨ ਦੇ ਚੱਕੀ ਦੇ ਵਿੱਚ ਨਹੀਂ ਪੀਸਣਾ ਪੈਂਦਾ। ਫਿਰ ਤਾਂ ਇਹ ਮੁਕਤ ਹੋ ਜਾਂਦਾ, ਹਾਵਰ ਜਾਵਰ ਤੋਂ ਰਹਿਤ ਹੋ ਜਾਂਦਾ ਹੈ। ਬਿਨ ਹਰ ਭਜਨ ਰੰਗ ਰਸ ਜੇਤੇ, ਸੰਤ ਦਿਆਲ ਜਾਨ ਸਭ ਝੂਠੇ। ਕਹਿੰਦੇ ਉਸ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਜਿੰਨੇ ਇਹ ਰੰਗ ਰਸ ਨੇ ਸੰਸਾਰ ਦੇ, ਜਿੰਨੇ ਵੀ, ਕਹਿੰਦੇ ਜਦੋਂ ਇਹ ਸੰਤਾਂ ਦਾ ਸੰਗ ਹੋ ਕੇ ਸਾਨੂੰ ਸੋਝੀ ਆਉਂਦੀ ਹੈ, ਫਿਰ ਪਤਾ ਲੱਗਦਾ ਵੀ ਇਹ ਸਭ ਕੁਛ ਹੀ ਝੂਠ ਹੈ। ਸੰਤ ਦਿਆਲ ਜਾਣੇ ਸਭ ਝੂਠੇ। ਕਹਿੰਦੇ ਉਹ ਜਾਣਦੇ ਨੇ, ਜੀਵ ਜਾਣ ਜਾਂਦਾ ਕਿ ਇਹ ਸਭ ਕੁਛ ਝੂਠ ਹੈ। ਤੇ ਮਿੱਠਾ ਕੀ ਹੈ? ਗੁਰ ਦਾ, ਗੁਰ ਦੇ ਚਰਨ ਹੀ ਮਿੱਠੇ ਨੇ। ਗੁਰ ਦਾ ਗਿਆਨ ਲੈ ਕੇ ਕਮਾਉਣਾ ਹੀ ਸਭ ਤੋਂ ਉੱਤਮ ਫਲ ਹੈ। ਫਿਰ ਸਭ ਕੁਛ ਝੂਠ ਬਿਨਸ ਜਾਂਦਾ ਹੈ। ਨਾਮ ਰਤਨ ਪਾਇਓ ਜਨ ਨਾਨਕ, ਕਹਿੰਦੇ ਜਿਨ੍ਹਾਂ ਨਾਮ ਰਤਨ ਨੂੰ ਪਾ ਲਿਆ ਹੈ, ਜਿਨ੍ਹਾਂ ਜਨਾਂ ਨੇ ਨਾਮ ਵਿਹੂਣ ਚੱਲੇ ਸਭ ਮੂਠੇ। ਜਿਹੜੇ ਨਾਮ ਤੋਂ ਵਿਹੂਣੇ ਨੇ, ਇੱਕ ਨਾਮ ਰਤਨ ਨੂੰ ਪਾ ਲੈਂਦੇ ਨੇ ਜਨ, ਤੇ ਇੱਕ ਨਾਮ ਤੋਂ ਵਿਹੂਣੇ ਨੇ, ਉਹ ਸਾਰੇ ਆਪਣੇ ਜੀਵਨ ਨੂੰ ਹਰ ਕੇ ਜਾਂਦੇ ਨੇ। ਉਹ ਇਹ ਸਮਝ ਲਓ ਵੀ ਇੱਥੇ ਆਪਣਾ ਜੀਵਨ ਨੂੰ ਲੁਟਾ ਕੇ ਗਏ। ਉਹਨਾਂ ਨੂੰ ਪੰਜਾਂ ਨੇ ਠੱਗ ਲਿਆ ਹੈ, ਉਹਨਾਂ ਨੂੰ ਜੀਵਨ ਦੀ ਬਾਜੀ ਹਰਾ ਦਿੱਤੀ ਹੈ। ਆਓ ਫਿਰ ਅਗਲਾ ਸ਼ਬਦ ਟੋਡੀ, ਮਹਲਾ ਪੰਜਵਾਂ। ਟੋਡੀ ਰਾਗ ਦੇ ਵਿੱਚ ਮਹਲੇ ਪੰਜਵੇਂ ਦਾ ਸ਼ਬਦ ਹੈ। ਸਾਧ ਸੰਗ ਹਰ ਹਰ ਨਾਮ ਚੇਤਾਰਾ। ਕਹਿੰਦੇ ਸਾਧ ਸੰਗਤ ਜਾ ਕੇ, ਸਾਧੂ ਦਾ ਸੰਗ ਕਰਕੇ ਹਰੀ ਦੇ ਨਾਮ ਨੂੰ ਚਿਤਾਰਾ, ਚਿੱਤ ਦੇ ਵਿੱਚ ਚੇਤਨਾ ਸ਼ੁਰੂ ਕੀਤਾ, ਸਿੱਖਿਆ। ਸਹਿਜ ਆਨੰਦ ਹੋਵੇ ਦਿਨ ਰਾਤੀ, ਅੰਕਰ ਭਲੋ ਹਮਾਰਾ। ਕਹਿੰਦੇ ਜਦੋਂ ਇਹ ਸਿੱਖ ਲਿਆ ਸਾਧ ਸੰਗਤ ਜਾ ਕੇ ਹਰੀ ਦੇ ਨਾਮ ਨੂੰ ਚਿਤਾਰਾ, ਚੇਤਨਾ ਕਿਵੇਂ ਹੈ, ਚਿੱਤ ਦੇ ਵਿੱਚ ਕਿਵੇਂ ਚੇਤਨਾ ਹੈ, ਕਿਵੇਂ ਵਸਾਉਣਾ ਹੈ, ਫਿਰ ਕੀ ਹੋਇਆ? ਕਹਿੰਦੇ ਸਹਿਜ ਪ੍ਰਗਟ ਹੋ ਗਿਆ, ਆਨੰਦ ਹੋ ਗਿਆ, ਆਨੰਦ ਪ੍ਰਾਪਤ ਹੋਇਆ। ਆਨੰਦ ਵੀ ਕਿਹੋ ਜਿਹਾ? ਦਿਨ ਰਾਤ। ਅੰਕਰ ਭਲੋ ਹਮਾਰਾ। ਕਹਿੰਦੇ ਅੰਕਰ ਸਮਾਂ ਜਿਹੜਾ ਪੂਰਵ ਜਨਮ ਦਾ ਅੰਕਰ ਜਾਂ ਫੁੱਟਦਾ ਹੈ, ਫਿਰ ਸਾਡਾ ਜੀਵਨ ਸਫਲ ਹੋ ਜਾਂਦਾ ਹੈ। ਉਹ ਅੰਕੁਰ ਫੁੱਟਿਆ ਆ। ਜਿਵੇਂ ਕੋਈ ਆਪਾਂ ਦੇਖਦੇ ਹਾਂ ਦਰਖਤ ਨੇ, ਬਹੁਤ ਜਦੋਂ ਠੰਡ ਪੈਂਦੀ ਸਾਰੇ ਦਰਖਤ ਪੱਤੇ ਸੁੱਕ ਜਾਂਦੇ ਨੇ, ਫਿਰ ਬਸੰਤ ਰੁੱਤ ਆਉਂਦੀ ਹੈ, ਫਿਰ ਨਵੇਂ ਪੱਤੇ ਖਿੜਦੇ ਨੇ। ਏਦਾਂ ਹੀ ਜਦੋਂ ਸਾਡੇ ਜੀਵਨ ਦੇ ਵਿੱਚ ਇਹ ਗਿਆਨ ਪ੍ਰਗਟ ਹੋ ਜਾਂਦਾ ਹੈ, ਫਿਰ ਮਨ ਸਾਡਾ ਹਰਿਆ ਭਰਿਆ ਹੋ ਜਾਂਦਾ ਹੈ। ਗੁਰ ਪੂਰਾ ਭੇਟਿਓ ਬੜ ਭਾਗੀ, ਜਾ ਕੋ ਅੰਤ ਨਾ ਪਾਰਾ ਬਾਰਾ। ਕਹਿੰਦੇ ਉਹ ਪੂਰਾ ਗੁਰ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੋਇਆ, ਭੇਟ ਹੋਈ, ਜਿਹਦਾ ਕੋਈ ਅੰਤ ਨਹੀਂ, ਜਿਹਦਾ ਕੋਈ ਪਾਰਾਵਾਰ ਨਹੀਂ ਹੈ। ਕਹੋ ਗਏ ਕਾਢ ਲਿਓ ਜਨ ਆਪਣਾ, ਕਰ ਗਏ ਕਾਢ ਲਿਓ ਜਨ ਆਪਣਾ, ਬਿਖ ਸਾਗਰ ਸੰਸਾਰਾ। ਕਹਿੰਦੇ ਗੁਰ ਐਸਾ ਮਿਲਿਆ ਸਾਨੂੰ, ਉਹਨੇ ਹੱਥ ਦੇ ਕੇ ਆਪ ਕੱਢ ਲਿਆ ਇਸ ਮਾਇਆ ਦੇ ਵਿੱਚੋਂ। ਬਿਖ ਸਾਗਰ ਸੰਸਾਰ, ਬਿਖ ਸਾਗਰ ਚੋਂ ਇਹ ਸੰਸਾਰ ਜਿਹੜਾ ਬਿਖ ਸਾਗਰ ਹੈ, ਇਸ ਦੇ ਵਿੱਚੋਂ ਆਪ ਕੱਢ ਲਿਆ ਗੁਰ ਨੇ ਸਾਨੂੰ ਹੱਥ ਦੇ ਕੇ ਆਪਣੇ ਜਨ ਨੂੰ। ਜਨਮ ਮਰਨ ਕਾਟੇ ਗੁਰ ਬਚਨੀ, ਬਹੁੜ ਨਾ ਸੰਕਟ ਦੁਆਰਾ। ਕਹਿੰਦੇ ਗੁਰ ਦੇ ਬਚਨ ਦੁਆਰਾ ਜਨਮ ਮਰਨ ਕੱਟਿਆ ਗਿਆ। ਦੁਬਾਰਾ ਹੁਣ ਜਿਹੜਾ ਸੰਕਟ ਦਾ ਦੁਆਰਾ ਸੀ, ਜਿੱਥੇ ਜਨਮ ਮਰਨ, ਇਹ ਸਾਰਾ ਖਤਮ ਹੋ ਗਿਆ। ਹੁਣ ਸੰਕਟ ਨਹੀਂ ਆਏਗਾ। ਸੰਕਟ ਕੀ ਹੈ? ਜੂਨਾਂ ਦੇ ਵਿੱਚ ਜਾਣਾ ਬਹੁਤ ਵੱਡਾ ਸੰਕਟ ਹੈ। 84 ਲੱਖ ਜੂਨ ਨਰਕ ਭੋਗਣੇ ਪੈਂਦੇ ਹਨ। ਇਸ ਸੰਕਟ ਦੇ ਵਿੱਚੋਂ ਹੁਣ ਸਾਡਾ ਨਿਪਟਾਰਾ ਹੋ ਗਿਆ ਹੈ, ਨਿਸਤਾਰਾ ਹੋ ਗਿਆ ਹੈ। ਆਪ ਕੱਢ ਲਿਆ ਹੱਥ ਦੇ ਕੇ ਸਾਨੂੰ, ਜਨਮ ਮਰਨ ਆਪ ਕੱਢ ਦਿੱਤਾ। ਨਾਨਕ ਸਰਨ ਗਹੀ ਸੁਆਮੀ ਕੀ, ਪੁਨਹ ਪੁਨਹ ਨਮਸਕਾਰਾ। ਤੇ ਸਮਝਾਉਂਦੇ ਨੇ ਕਿ ਉਸ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਜਾ ਕੇ
ਉਸ ਮਾਲਕ ਦੇ ਫਿਰ ਉਸ ਨੂੰ ਹਰ ਸਮੇਂ ਨਮਸਕਾਰ, ਬਾਰ-ਬਾਰ ਨਮਸਕਾਰ ਕਰਦੇ, ਕਿਉਂਕਿ ਪ੍ਰਗਟ ਹੋ ਜਾਂਦਾ ਹੈ ਤੇ ਸਾਡਾ ਜਨਮ ਮਰਨ ਕੱਟਿਆ ਜਾਂਦਾ ਹੈ। ਕਿਉਂਕਿ ਹਿਰਦੇ ਦੇ ਵਿੱਚ ਆਪ ਵਸਦਾ ਹੈ। ਜਦ ਤੱਕ ਹਿਰਦੇ ਦੇ ਵਿੱਚ ਨਹੀਂ ਜਾਂਦੇ ਸਾਨੂੰ ਗਿਆਨ ਨਹੀਂ ਹੁੰਦਾ। ਜਦ ਹਿਰਦੇ ਦੇ ਵਿੱਚ ਸਾਡਾ ਧਿਆਨ ਜੁੜ ਜਾਂਦਾ ਹੈ ਫਿਰ ਪ੍ਰਗਟ ਹੋ ਜਾਂਦਾ ਹੈ ਤੇ ਫਿਰ ਇਸ ਤਰੀਕੇ ਦੇ ਨਾਲ ਉਸ ਪ੍ਰਭੂ ਦਾ ਮਿਲਾਪ ਹੋ ਜਾਂਦਾ ਹੈ। ਅਗਲਾ ਫਿਰ ਇੱਕ ਸ਼ਬਦ ਹੋਰ ਵਿਚਾਰ ਲੈਂਦੇ ਆਪਾਂ। ਟੋਡੀ ਮਹੱਲਾ ਪੰਜਵਾਂ, ਟੋਡੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ। ਮਾਈ ਮੇਰੇ ਮਨ ਕੋ ਸੁਖ, ਕਹੇ ਮਾਈ ਮੇਰੇ ਮਨ ਨੂੰ ਹੁਣ ਸੁਖ ਹੈ। ਕਿਹੋ ਜਿਹਾ ਸੁਖ ਹੈ? ਕੋਟ ਆਨੰਦ ਰਾਜ ਸੁਖ ਭੋਗਵੈ, ਹਰ ਸਿਮਰਤ ਬਿਨ ਸਹਿ ਸਭ ਦੁੱਖ। ਕਹਿੰਦੇ ਹਰੀ ਨੂੰ ਸਿਮਰਨ ਦੇ ਨਾਲ, ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਸਾਰੇ ਦੁੱਖ ਵਿਨਸ ਗਏ। ਐਸਾ ਸੁੱਖ ਹੈ ਜਿਵੇਂ ਅਸੀਂ ਕਰੋੜਾਂ ਆਨੰਦ ਪ੍ਰਾਪਤ ਹੋ ਜਾਵੇ। ਕੋਈ ਰਾਜ ਭਾਗ ਦਾ ਸੁੱਖ ਵੀ ਇੱਥੇ ਛੋਟਾ ਪੈ ਜਾਂਦਾ ਹੈ। ਪ੍ਰਭੂ ਦੇ ਸਿਮਰਨ ਦੇ ਨਾਲ ਐਸਾ ਸੁੱਖ ਪ੍ਰਾਪਤ ਹੋ ਜਾਂਦਾ ਹੈ ਜਿੱਥੇ, ਕਿਉਂਕਿ ਬਹੁਤ ਸਾਰੇ ਰਾਜੇ ਵੀ ਰਾਜ ਭਾਗ ਤਿਆਗ ਕੇ ਪ੍ਰਭੂ ਭਗਤੀ 'ਚ ਲੱਗੇ ਹਨ। ਜਿਨ੍ਹਾਂ ਨੂੰ ਇਹ ਸੋਝੀ ਹੋਈ ਕਿ ਇਹ ਸੰਸਾਰ ਦਾ ਰਾਜ ਭਾਗ ਇੱਕ ਦਿਨ ਛੱਡ ਕੇ ਜਾਣਾ, ਇਹ ਸਾਡੇ ਨਾਲ ਕਪਟ ਹੈ, ਉਹਨਾਂ ਫਿਰ ਭਗਤੀ ਨੂੰ ਤਰਜੀਹ ਦਿੰਦੀ ਹੈ। ਐਸਾ ਸੁਖ ਮਨ ਨੂੰ ਪ੍ਰਾਪਤ ਹੋ ਜਾਂਦਾ ਹੈ। ਕੋਟ ਜਨਮ ਕੇ ਕਿਲ ਵਿਖ ਨਾਸੈ, ਸਿਮਰਤ ਪਾਵਨ ਤਨ ਮਨ ਸੁਖ। ਉਸ ਪ੍ਰਭੂ ਨੂੰ ਸਿਮਰਨ ਦੇ ਨਾਲ ਮਨ ਤਨ ਪਵਿੱਤਰ ਹੋ ਜਾਂਦਾ, ਸੁਖ ਪ੍ਰਾਪਤ ਹੋ ਜਾਂਦਾ ਹੈ। ਕਰੋੜਾਂ ਜਨਮਾਂ ਦੇ ਲੱਗੇ ਜਿਹੜੇ ਮੈਲ ਸੀ ਮਨ ਨੂੰ ਪਾਪਾਂ ਦੀ, ਉਹ ਵੀ ਬਿਨਸ ਜਾਂਦੀ ਹੈ। ਦੇਖ ਸਰੂਪ ਪੂਰਨ ਭਈ ਆਸਾ, ਦਰਸ਼ਨ ਭੇਟਤ ਉਤਰੀ ਭੁੱਖ। ਕਹਿੰਦੇ ਉਸ ਸਰੂਪ ਦੇ ਦਰਸ਼ਨ ਕਰਕੇ, ਜਿਹੜਾ ਬਹੁਤ ਸੁੰਦਰ ਅਨੂਪ ਹੈ, ਸਰੂਪ ਹੈ, ਉਹਦੇ ਦਰਸ਼ਨ ਕਰਕੇ ਉਹਦੀ ਪਹਿਚਾਣ ਕਿਵੇਂ ਹੁੰਦੀ? ਜਦੋਂ ਨਾਮ ਤਿਆਗ ਕੇ ਆਪਣੇ ਆਪ ਨੂੰ ਵੀ ਅਸੀਂ ਦੇਖਦੇ ਹਾਂ, ਕਿਉਂਕਿ ਆਪਾਂ ਵੀ ਉਸੇ ਦੀ ਅੰਸ਼ ਹਾਂ। ਸਾਡਾ ਆਪਣਾ ਰੂਪ ਬਹੁਤ ਸੁੰਦਰ ਹੈ, ਸਾਡਾ ਵੀ ਪ੍ਰਕਾਸ਼ ਰੂਪ, ਪਰਮੇਸ਼ਰ ਵੀ ਪ੍ਰਕਾਸ਼ ਰੂਪ। ਜਦ ਤੱਕ ਜੀਵ ਆਪਣੇ ਆਪ ਨੂੰ ਨਹੀਂ ਪਹਿਚਾਣਦਾ, ਉਹਦਾ ਭਰਮ ਨਹੀਂ ਦੂਰ ਹੁੰਦਾ। ਉਹ ਦਰਸ਼ਨ ਕਰਕੇ ਵੀ ਕਈ ਵਾਰੀ ਜੀਵ ਛੱਡ ਦਿੰਦਾ, ਕਿਉਂਕਿ ਉਹਨੂੰ ਫਿਰ ਭਰਮ ਆ ਜਾਂਦਾ ਹੈ ਵੀ ਪਤਾ ਨਹੀਂ ਇਹ ਜੋ ਦੇਖਿਆ ਮੈਂ, ਇਹ ਸੱਚ ਹੈ ਕਿ ਝੂਠ ਹੈ। ਜੋ ਪ੍ਰਕਾਸ਼ ਦਰਸ਼ਨ ਕਰਦਾ ਹਾਂ, ਪਰ ਜਦੋਂ ਅਸੀਂ ਆਪਣੇ ਉਸ ਧਿਆਨ ਦੇ ਨਾਲ ਸਾਡਾ ਮੁੱਖ ਪ੍ਰਕਾਸ਼ ਹੋ ਜਾਂਦਾ ਹੈ ਤੇ ਅਸੀਂ ਆਪਣੇ ਆਪ ਨੂੰ ਦੇਖਦੇ ਤੇ ਸਾਹਮਣੇ ਦੇਖਦੇ ਹਾਂ, ਇੱਕ ਰੂਪ ਦਿਸਦਾ ਹੈ, ਫਿਰ ਸਾਡਾ ਭਰਮ ਖਤਮ ਹੋ ਜਾਂਦਾ। ਫਿਰ ਆਪਣੇ ਦਰਸ਼ਨ ਕਰਦਾ ਹੈ ਮਨ, ਪ੍ਰਭੂ ਦੇ ਦਰਸ਼ਨ ਕਰਦਾ ਹੈ, ਫਿਰ ਮਨ ਦੀ ਭੁੱਖ ਖਤਮ ਹੋ ਜਾਂਦੀ ਹੈ। ਚਾਰ ਪਦਾਰਥ ਅਸ਼ਟ ਮਹਾ ਸਿੱਧ, ਕਾਮ ਤੇਨ ਪਾਰ ਜਾਤ ਹਰ ਹਰ ਲੁਖ। ਫਿਰ ਚਾਰ ਪਦਾਰਥ ਦੇ ਵਿੱਚ ਧਰਮ, ਅਰਥ, ਕਾਮ ਤੇ ਮੋਕਸ਼, ਇਹ ਪ੍ਰਾਪਤ ਹੋ ਜਾਂਦਾ ਹੈ ਤੇ ਉਹ ਮਹਾ ਸਿੱਧੀ ਪ੍ਰਾਪਤ ਹੋ ਜਾਂਦੀ ਹੈ। ਕੀ ਹੈ? ਕਾਮ ਤੇਨ ਪਾਰ ਜਾਤ ਹਰ ਹਰ ਲੁਖ। ਕਾਮ ਤੇਨ ਗਾਂ ਨੂੰ ਕਿਹਾ ਹੈ। ਗਾਂ ਕੀ ਹੈ? ਹਰੀ ਦੇ ਗੁਣ ਗਾਉਣੇ। ਤੇ ਰੁੱਖ ਹੈ ਉਹ ਹਰੀ ਦਾ ਨਾਮ ਹੈ। ਹਰੀ ਦਾ ਨਾਮ ਵੀ ਪ੍ਰਾਪਤ ਹੋ ਜਾਂਦਾ ਹੈ ਤੇ ਫਿਰ ਖਜ਼ਾਨਾ ਵੀ ਮਿਲ ਜਾਂਦਾ ਹੈ, ਜਿਹਦੇ ਨਾਲ ਜੀਵ ਪ੍ਰਭੂ ਦੇ ਗੁਣ ਗਾਉਂਦਾ ਹੈ। ਪਾਰ ਜਾਤ ਇਹ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣ ਗਾਮ। ਏਦਾਂ ਫਿਰ ਮਨ ਦੀ ਸਾਰੀ ਚਿੰਤਾ ਖਤਮ ਹੋ ਜਾਂਦੀ ਹੈ। ਫਿਰ ਇਸ ਨੂੰ ਨਾਨਕ ਸਰਨ ਗਹੀ ਸੁਖ ਸਾਗਰ, ਜਨਮ ਮਰਨ ਫਿਰ ਗਰਭ ਨਾ ਦੁੱਖ। ਕਹਿੰਦੇ ਹੁਣ ਇਸ ਨੂੰ ਮਾਤਾ ਦੇ ਗਰਭ ਦੇ ਵਿੱਚ ਜਿਹੜੀ ਅਗਨੀ ਹੈ ਉਸ ਦੇ ਵਿੱਚ ਸੜਨਾ ਨਹੀਂ ਪਏਗਾ। ਨਾ ਮਾਇਆ ਦੀ ਅਗਨ 'ਚ ਸੜੇਗਾ ਤੇ ਨਾ ਮਾਂ ਦੀ ਗਰਭ ਦੀ ਅਗਨ ਵਿੱਚ ਸੜੇਗਾ, ਕਿਉਂਕਿ ਇਹ ਹੁਣ ਉਸ ਪ੍ਰਭੂ ਦੇ ਦਰਸ਼ਨ ਕਰਕੇ, ਆਪੇ ਦੀ ਪਹਿਚਾਨ ਕਰਕੇ ਮੁਕਤ ਹੋ ਗਿਆ ਹੈ। ਇਹਨੂੰ ਚਾਰੇ ਪਦਾਰਥ ਪ੍ਰਾਪਤ ਹੋ ਗਏ ਹਨ। ਨਾਨਕ ਸਰਨ ਗਹੀ ਸੁਖ ਸਾਗਰ, ਉਸ ਪ੍ਰਭੂ ਦੇ ਸੁੱਖਾਂ ਦੇ ਸਾਗਰ ਦੀ ਸ਼ਰਨ ਦੇ ਵਿੱਚ ਜਦੋਂ ਮਨ ਚਲੇ ਜਾਂਦਾ ਹੈ, ਜਨਮ ਮਰਨ ਫਿਰ ਗਰਭ ਨਾ ਦੁੱਖ। ਨਾ ਉਹਨੂੰ ਜਨਮ, ਨਾ ਮਰਨ ਤੇ ਨਾ ਗਰਭ ਦੇ ਅਗਨ ਦੇ ਵਿੱਚ ਸੜਨਾ ਪੈਂਦਾ ਹੈ।
ਸੋ ਆਓ ਪਿਆਰਿਓ, ਆਓ ਹੁਣ ਨਾਲ ਨਾਲ ਆਪਾਂ ਅਭਿਆਸ ਕਰੀਏ, ਸਮਝੀਏ ਕਿ ਆਪਾਂ ਕੀ ਕਰਨਾ ਹੈ, ਕਿਵੇਂ ਉਸ ਦੀ ਸ਼ਰਨ ਵਿੱਚ ਜਾਣਾ ਹੈ, ਕੀ ਜੁਗਤ ਹੈ, ਗੁਰ ਹੈ। ਜੇ ਅਸੀਂ ਗੁਰ 'ਤੇ ਪੂਰੇ ਵਿਸ਼ਵਾਸ ਕਰ ਲੈਂਦੇ ਹਾਂ ਤੇ ਫਿਰ ਗੁਰ ਹੀ ਸਾਨੂੰ ਉਸ ਮਾਲਕ ਦੇ ਨਾਲ ਮਿਲਾ ਦਿੰਦਾ ਹੈ ਤੇ ਸਾਨੂੰ ਆਪਣੇ ਰੂਪ ਦੀ ਪਹਿਚਾਨ ਕਰਵਾ ਦਿੰਦਾ ਹੈ। ਗੁਰ ਸਰੀਰਾਂ ਦਾ ਕੋਈ ਰੋਲ ਨਹੀਂ ਹੈ, ਗੁਰ ਦਾ ਰੋਲ ਹੈ, ਕਿਉਂਕਿ ਗੁਰ ਅੱਗੇ ਤੋਂ ਅੱਗੇ ਮਿਲਦਾ ਹੈ, ਅੱਗੇ ਤੋਂ ਅੱਗੇ ਚਲੇ ਆਉਂਦਾ ਹੈ। ਉਹ ਗੁਰ ਜੋ ਅਸੀਂ ਲੈ ਕੇ ਕਮਾਇਆ ਹੈ, ਉਹੀ ਗੁਰ ਅਸੀਂ ਅੱਗੇ ਦੱਸਦੇ ਹਾਂ। ਗੁਰ ਇੱਕ, ਜੇ ਅਸੀਂ ਪੜ੍ਹਦੇ ਬਾਣੀ ਨੂੰ ਪੜ੍ਹਦੇ ਹਾਂ ਜਾਂ ਵੇਦਾਂ ਸ਼ਸਤਰਾਂ ਨੂੰ ਪੜ੍ਹ ਕੇ ਦੇਖਦੇ ਹਾਂ, ਇੱਕ ਹੀ ਗੁਰ ਜੁਗਾਂ ਤੋਂ ਚੱਲਿਆ ਆਇਆ ਹੈ। ਗੁਰ ਹੀ ਗੋਪਾਲ ਹੈ, ਨਾਨਕ ਜੁਗ ਜੁਗ ਗੁਰ ਗੋਪਾਲਾ। ਗੁਰ ਉਹ ਹੈ ਜੋ ਆਦ ਅੰਤ ਇੱਕ ਹੈ, ਅਵਤਾਰਾ ਸੋਈ ਗੁਰੂ ਸਮਝੋ ਹਮਾਰਾ। ਕੋਈ ਬੰਦਾ ਨਹੀਂ ਹੈ। ਵੇਦਾਂ ਸ਼ਾਸਤਰਾਂ ਨੂੰ ਵੀ ਅਸੀਂ ਪੜ੍ਹ ਕੇ ਦੇਖਾਂਗੇ, ਉਹ 'ਚ ਵੀ ਗੁਰੂ ਪਰਮੇਸ਼ਰ ਨੂੰ ਹੀ ਕਿਹਾ ਹੋਇਆ ਹੈ। ਗੁਰ ਪਰਮੇਸ਼ਰ ਏਕੋ ਜਾਨ। ਹਾਂ, ਉਹ ਅੱਗੇ ਤੇ ਅੱਗੇ ਜਿਨ੍ਹਾਂ ਨੂੰ ਦਿੰਦਾ ਉਹਨਾਂ ਦੁਆਰਾ ਸਾਨੂੰ ਗਿਆਨ ਕਰਵਾਉਂਦਾ ਹੈ। ਕੀ ਕਰਨਾ ਹੈ ਆਪਾਂ? ਜੋ ਸਾਡੀ ਦ੍ਰਿਸ਼ਟੀ ਹੈ, ਜਿਹਦੇ ਵਿੱਚ ਜੋਤ ਰੱਖੀ ਹੈ, ਇਹ ਦੋ ਨੇਤਰ ਨੇ। ਅਸੀਂ ਦੋ ਦ੍ਰਿਸ਼ਟੀ ਨਾਲ ਦੇਖਦੇ ਹਾਂ। ਇਸ ਦ੍ਰਿਸ਼ਟੀ ਨੂੰ ਆਪਾਂ ਇੱਕ ਕਰਨਾ ਹੁੰਦਾ ਹੈ। ਇੱਕ ਦ੍ਰਿਸ਼ਟੀ ਕੀ ਹੈ ਕਿ ਇਹ ਜਿਹੜਾ ਸੱਜਾ ਨੇਤਰ ਹੈ ਸਾਡਾ, ਖੱਬੇ 'ਚ ਲੈ ਕੇ ਆਉਣਾ ਹੈ। ਇਸ ਨੂੰ ਸੂਰਜ ਕਿਹਾ, ਇਸ ਨੂੰ ਚੰਦਰਮਾ ਕਿਹਾ ਹੈ। ਚੰਦਰਮਾ ਦੇ ਘਰ ਸੂਰਜ ਨੇ ਸਮਾਉਣਾ ਹੁੰਦਾ ਹੈ। ਸੱਸ ਘਰ ਸੂਰ ਵਸੈ, ਮਿਟੇ ਅੰਧਿਆਰਾ, ਤੇ ਅੰਧਿਆਰਾ ਖਤਮ ਹੋ ਜਾਂਦਾ ਹੈ, ਅਗਿਆਨਤਾ ਖਤਮ ਹੋ ਜਾਂਦੀ ਹੈ। ਹੁਣ ਆਪਾਂ ਦੇਖਣਾ ਹੁੰਦਾ ਹੈ ਪਹਿਲਾਂ, ਕਿਉਂਕਿ ਬਹੁਤ ਸਾਰੇ ਜੀਵ ਐਸੇ ਨੇ ਜਿਹੜੇ ਇੱਕ ਦ੍ਰਿਸ਼ਟੀ ਹੁੰਦੇ ਨੇ, ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਅਸੀਂ ਇੱਕ ਦ੍ਰਿਸ਼ਟ ਹਾਂ ਕਿ ਦੋ ਦ੍ਰਿਸ਼ਟੀ 'ਚ ਹਾਂ, ਕਿਉਂਕਿ ਗਿਆਨ ਸਾਨੂੰ ਸਮਝਾਇਆ ਨਹੀਂ। ਤੇ ਆਪਾਂ ਦੇਖ ਸਕਦੇ ਹਾਂ, ਆਪਾਂ ਕੀ ਕਰਨਾ ਹੁੰਦਾ, ਆਪਣੀ ਦ੍ਰਿਸ਼ਟੀ ਨੂੰ ਇਸ ਪੁਆਇੰਟ 'ਤੇ ਆਪਾਂ ਫੋਕਸ ਕਰਨਾ ਹੈ। ਦੋਨਾਂ ਨੇਤਰਾਂ ਨੂੰ ਵੀ ਟੈਪ ਬਣਾ ਕੇ ਇਸ ਪੁਆਇੰਟ 'ਤੇ ਆਪਾਂ ਫੋਕਸ ਕਰਨਾ ਹੈ। ਇਸ ਨੂੰ ਤੀਰ ਵੀ ਕਹਿ ਦਿੱਤਾ, ਜਿਵੇਂ ਤੀਰ ਹੁੰਦਾ ਹੈ ਐਰੋ, ਐਵੇਂ ਬਣਾ ਕੇ ਆਪਾਂ ਇਸ ਪੁਆਇੰਟ 'ਤੇ ਫੋਕਸ ਕਰਕੇ ਇਹ ਦੇਖਣਾ ਹੁੰਦਾ ਕਿ ਨੱਕ ਨਜ਼ਰ ਆਉਂਦਾ ਜਾਂ ਨਹੀਂ ਆਉਂਦਾ। ਜੇਕਰ ਨੱਕ ਨਜ਼ਰ ਆਉਂਦਾ ਹੈ ਫਿਰ ਆਪਾਂ ਦੋ ਦ੍ਰਿਸ਼ਟੀ 'ਚ ਹਾਂ, ਜੇ ਨੱਕ ਨਹੀਂ ਦਿਸਦਾ ਇੱਕ ਦ੍ਰਿਸ਼ਟ ਹਾਂ। ਜੇ ਫਿਰ ਦਿਸਦਾ ਹੈ ਫਿਰ ਆਪਾਂ ਇਹ ਦੇਖਣਾ ਹੁੰਦਾ ਵੀ ਕਿਸ ਪਾਸੇ ਤੋਂ ਦਿਸਦਾ ਹੈ। ਜੇ ਧਿਆਨ ਸੱਜੇ ਜ਼ਿਆਦਾ ਹੋਏਗਾ ਸਾਨੂੰ ਨੱਕ ਸੱਜੇ ਪਾਸਿਓਂ ਦਿਸੇਗਾ, ਜੇ ਧਿਆਨ ਖੱਬੇ ਜ਼ਿਆਦਾ ਹੋਏਗਾ ਸਾਨੂੰ ਨੱਕ ਖੱਬੇ ਪਾਸਿਓਂ ਨਜ਼ਰ ਆਏਗਾ। ਜੇ ਸਾਡਾ ਧਿਆਨ ਵਿਚਾਲੇ ਹੋਏਗਾ ਸਾਨੂੰ ਨੱਕ ਦੋਨੋਂ ਪਾਸਿਓਂ ਨਜ਼ਰ ਆਏਗਾ। ਜੇ ਅਸੀਂ ਇੱਕ ਦ੍ਰਿਸ਼ਟ ਹੋਵਾਂਗੇ ਸਾਨੂੰ ਨੱਕ ਨਹੀਂ ਦਿਸੇਗਾ। ਜੇ ਅਸੀਂ ਗੁਰ ਦਾ ਗਿਆਨ ਲੈ ਕੇ ਧਿਆਵਾਂਗੇ ਫਿਰ ਇਹ ਨੱਕ ਸਾਨੂੰ ਟਰਾਂਸਪੇਰੈਂਟ, ਪ੍ਰਕਾਸ਼ ਸ਼ੀਸ਼ੇ ਦੀ ਤਰ੍ਹਾਂ, ਹੀਰੇ ਦੀ ਤਰ੍ਹਾਂ ਚਮਕਦਾ ਦਿਸਣਾ ਸ਼ੁਰੂ ਹੋ ਜਾਏਗਾ। ਇੱਥੋਂ ਸਾਨੂੰ ਫਿਰ ਉਹ ਸੁਖਮਨਾ ਪ੍ਰਗਟ ਹੋ ਜਾਂਦੀ। ਉਸ ਸੁਖਮਨਾ ਨੂੰ ਦੇਖ ਕੇ ਸਾਨੂੰ ਪਹਿਚਾਨ ਹੁੰਦੀ ਹੈ। ਆਪਣੀ ਜੋਤ ਨੂੰ ਪਹਿਚਾਨ ਕੇ ਹੀ ਅਸੀਂ ਸਾਹਮਣੇ ਪਰਮੇਸ਼ਰ ਦੀ ਜੋਤ ਨੂੰ ਪਹਿਚਾਨ ਸਕਦੇ ਹਾਂ। ਜਿਹਨੂੰ ਆਪਾਂ ਪੜ੍ਹਦੇ ਹਾਂ, ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਹੈ। ਇਹ ਅਕਲ ਕਲਾ ਹੈ, ਇੱਕ ਜੁਗਤ ਹੈ ਜਿਹਦੇ ਨਾਲ ਆਪਾਂ ਕਰ ਸਕਦੇ ਹਾਂ। ਹੁਣ ਆਪਾਂ ਕਰਨਾ ਕੀ ਹੈ? ਬੜਾ ਸਰਲ ਤਰੀਕਾ ਹੈ, ਬਸ ਵਿਸ਼ਵਾਸ ਦੀ ਲੋੜ ਹੁੰਦੀ ਹੈ। ਆਪਾਂ ਪਹਿਲਾਂ ਮੇਰੇ ਵੱਲ ਦੇਖ ਲਓ, ਫਿਰ ਕਰਾਂਗੇ। ਪਹਿਲਾਂ ਆਪਾਂ ਇਸ ਪੁਆਇੰਟ 'ਤੇ ਆਪਣੀ ਦ੍ਰਿਸ਼ਟੀ ਫੋਕਸ ਕਰਕੇ ਦੇਖਾਂਗੇ ਕਿ ਨੱਕ ਦਿਸਦਾ ਜਾਂ ਨਹੀਂ ਦਿਸਦਾ। ਜੇ ਦਿਸਦਾ ਤਾਂ ਕਿਸ ਪਾਸਿਓਂ ਦਿਸਦਾ, ਸੱਜੇ ਖੱਬੇ ਜਾਂ ਦੋਨੋਂ ਪਾਸਿਓਂ। ਇਹਨਾਂ ਆਪਾਂ ਕਰਾਂਗੇ। ਇੱਥੋਂ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਇੱਥੋਂ ਆਪਾਂ ਸਾਹਮਣੇ ਦੇਖਾਂਗੇ। ਇੱਥੋਂ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ। ਆਪਾਂ ਕੀ ਕਰਾਂਗੇ? ਪਲਕਾਂ ਉੱਤੇ ਚੁੱਕ ਦਾਂਗੇ। ਇੱਥੋਂ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਇੱਥੋਂ ਫਿਰ ਆਪਾਂ ਸਾਹਮਣੇ ਦੇਖਾਂਗੇ। ਜਦੋਂ ਫਿਰ ਮੈਂ ਕਹਾਂਗਾ ਨੱਕ ਤੇ ਸਮ ਕਰਕੇ ਦੇਖੋ, ਫਿਰ ਇਸ ਪੁਆਇੰਟ 'ਤੇ ਆਪਾਂ ਦ੍ਰਿਸ਼ਟੀ ਨੂੰ ਫੋਕਸ ਕਰਕੇ ਦੇਖਾਂਗੇ। ਫਿਰ ਇਹ ਦੇਖਾਂਗੇ ਜੇਕਰ ਕਿਸੇ ਜੀਵ ਨੂੰ ਨੱਕ ਦਿਸਦਾ ਸੀ ਪਹਿਲਾਂ ਸੱਜੇ ਖੱਬੇ ਜਾਂ ਦੋਨੋਂ ਪਾਸੇ ਤੋਂ, ਉਸਨੇ ਦੇਖਣਾ ਹੈ ਕਿ ਹੁਣ ਨੱਕ ਦਿਸਣੋਂ ਹਟ ਗਿਆ।
ਜਿਸ ਨੂੰ ਨਹੀਂ ਸੀ ਦਿਖਦਾ ਕਿਉਂਕਿ ਉਹ ਇੱਕ ਦ੍ਰਿਸ਼ਟੀ ਸੀ, ਉਹ ਵੀ ਹੁਣ ਜਦੋਂ ਇਹ ਜੁਗਤੀ ਲਾਉਣ ਤੋਂ ਬਾਅਦ ਦੇਖੇਗਾ, ਉਸ ਨੂੰ ਵੀ ਇਸ ਪਾਸੇ ਇੱਕ ਪਰਛਾਈ ਜੀ ਅਨੁਭਵ ਹੋਣੀ ਸ਼ੁਰੂ ਹੋਏਗੀ। ਖੱਬੇ ਪਾਸੇ ਇਸ ਪਾਸੇ ਸਾਡੀ ਸੁਖਮਨਾ ਪ੍ਰਗਟ ਹੋਏਗੀ। ਉਹ ਮੈਲੀ ਹੁੰਦੀ ਪਹਿਲਾਂ, ਫਿਰ ਆਪਾਂ ਅਭਿਆਸ ਕਰਾਂਗੇ, ਇਸ ਪਾਸੇ ਸਾਨੂੰ ਪ੍ਰਕਾਸ਼ ਰੂਪ ਪ੍ਰਗਟ ਹੋ ਜਾਂਦੀ ਹੈ, ਜੋ ਖੰਨਿਓ ਤਿੱਖੀ ਤੇ ਬਾਲੋਂ ਨਿੱਕੀ ਹੈ। ਉਸ ਨੂੰ ਆਪਾਂ ਦੇਖ ਸਕਦੇ ਹਾਂ, ਜੋਤ ਨੂੰ। ਉਸ ਜੋਤ ਨੂੰ ਪਹਿਚਾਣ ਕੇ ਹੀ ਅੱਗੇ ਪਹਿਚਾਣ ਹੁੰਦੀ ਹੈ। ਇਸੇ ਦੇ ਉੱਤੇ ਸਾਡਾ ਰਸਤਾ ਹੋ ਜਾਂਦਾ ਹੈ। बाट हमारी खरी उडीनी खन्ने तिखी बहुत पीनी, बहुत बरीक है। आओ हुण आपां अपनी दृष्टि नूं पहलां इस पॉइंट ते सम करके अपने आप नूं देखिए कि नक दिसदा है या नहीं दिसदा। जे दिसदा तां किस पासियों दिसदा, सज्जे खब्बे या दोनों पासियों। आओ ध्यान धरिए। सामने लेके आइए, ध्यान सामने देखिए। मस्तक दे सामने लै जो ध्यान, पलकों उत्ते चुक दो। फिर सामने लेके आइए। फिर नक ते सम करके देखिए। हुण ये देखना जे किसी नूं नक दिसदा सी पहला कि हुण दिस नूं हट गया, जां इस पासे एक हल्की जी परछाई सानू अनुभव होएगी। खब्बे पासे एक परछाई जी सानू अनुभव होएगी, क्योंकि इस पासे अपना प्रकाश रूप प्रगट होना है, जोत प्रगट होनी है। ये साडे नक ने ट्रांसपेरेंट हो जाना है। ध्यान नीचे ले जाइए। हुण नीचे जो कपड़ा वगैरह विछिया जिथे आप बैठे उस तो थोड़ा उपर देखांगे, ये उत्ते सानू इदा अनुभव होएगा जिमें प्रकाश दियां लहरां, पानी दियां लहरां चलदियां ने। बड़ा ही निर्मल जल दी न्याई हुंदा है, हुंदा प्रकाश ही है, हुंदा जल दी न्याई है, बहुत ज़्यादा निर्मल हुंदा है, जिसनू आपां देखी जाना हुंदा।
फिर दृष्टि सम करके अपने आप को देखिए। फिर ध्यान नीचे ले जाइए। फिर दृष्टि सम करके देखिए अपने आप को। फिर नीचे ले जाइए ध्यान। बिल्कुल लक्ष्य देखना है नीचे।
फिर अपने आप को देखिए, दृष्टि सम करके फिर अपने आप को देखिए। फिर नीचे ले जाइए ध्यान। फिर सम करके अपने आप को देखिए, दृष्टि सम करके फिर अपने आप को देखिए। वाहिगुरु जी का खालसा, वाहिगुरु जी की फतेह। सगुरु प्यारिओ, इस तरीके नाल ये जुगत तरीका है, विधि है। जदों सानू पा जाती है, मिठी लगती है, तो गुर ही है जो फिर सानू परमेश्वर दे नाल मिला देंदा है। गुर ही है जो साडे मन नू निर्मल कर देंदा है, सानू आपे दी पहचान करवा देंदा है। जुगत है, इस जुगत नू आपां कमा के ही अपने जीवन नू सफल कर सकते हाँ। ज्यों ज्यों आप करते जावांगे, तिमें तिमें साडा मुख प्रकाश होंदा जाएगा, मन निर्मल होंदा जाएगा।
ਤੇ ਅਸੀਂ ਆਪਣੇ ਆਪ ਦੀ ਪਹਿਚਾਣ ਕਰ ਸਕਾਂਗੇ ਤੇ ਪਰਮੇਸ਼ਰ ਦੀ ਸੱਚ ਦੀ ਸਾਨੂੰ ਪਹਿਚਾਣ ਹੋ ਜਾਂਦੀ ਹੈ। ਸੋ ਆਓ ਪਿਆਰਿਓ, ਇੰਨੇ ਕੁ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਤੇ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।